ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੀ, ਨਾਮ ਦਿਓ ਮਖਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਸ਼ਲੋਕ ਮਹਲਾ ਪਹਿਲਾ। ਦੁਖ ਦਾਰੂ ਸੁਖ ਰੋਗ ਪਿਆ, ਜਾ ਸੁਖ ਤਾਮ ਨ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾਹੋ ਕਰੀ ਨ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਾ। ਤੂੰ ਸੱਚਾ ਸਾਹਿਬ ਸਿਵ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀ ਬਾਤਾ, ਜੋ ਕਿਛ ਕਰਨਾ ਸੋ ਕਰ ਰਿਹਾ। ਸੋ ਦਰ ਰਾਗ ਆਸਾ ਮਹਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਸੋ ਦਰ ਤੇਰਾ ਕਿਹਾ, ਸੋ ਕਰ ਕਿਹਾ। ਚਿਤ ਬਹਿ ਸਬਰ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ। ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਪਰੀਸਿਓ ਕਹੀ ਹੈ। ਕੇਤੇ ਤੇਰੇ ਗਾਵਣ ਹਾਰੇ, ਗਾਵਣ ਤਦਨੋ ਪਵਨ ਪਾਣੀ ਬੈਸੰਤਰ। ਗਾਵੈ ਰਾਜਾ ਧਰਮ ਦੁਆਰੇ, ਗਾਵਣ ਤਦਨੋ ਚਿਤ ਗੁਪਤ ਲਿਖ ਜਾਣਨ। ਲਿਖ ਲਿਖ ਧਰਮ ਵਿਚਾਰੇ, ਗਾਵਣ ਤਦਨੋ ਈਸ਼ਰ ਬ੍ਰਹਮਾ ਦੇਵੀ। ਸੋਹਣ ਤੇਰੇ ਸਦਾ ਸਵਾਰੇ, ਗਾਵਣ ਤਦਨੋ ਇੰਦਰ ਇੰਦਰਾਸਨ ਬੈਠੇ। ਦੇਵਤਿਆ ਦਰਨਾਲੇ, ਗਾਵਣ ਤਦਨੋ ਸਿਧ ਸਮਾਧੀ ਅੰਦਰ। ਗਾਵਣ ਤਦਨੋ ਸਾਧ ਵਿਚਾਰੇ, ਗਾਵਣ ਤਦਨੋ ਜਤੀ ਸਤੀ ਸੰਤੋਖੀ। ਗਾਵਣ ਤਦਨੋ ਵੀਰ ਕਰਾਰੇ, ਗਾਵਣ ਤਦਨੋ ਪੰਡਿਤ ਪੜ੍ਹਨ ਰਖੀਸੁਰ। ਜੁਗ ਜੁਗ ਵੇਦਾ ਨਾਲੇ, ਗਾਵਣ ਤਦਨੋ ਮੋਹਣਿਆ ਮਨ ਮੋਹਨ। ਸੁਰਗ ਮਚ ਪਾਇਆਲੇ, ਗਾਵਣ ਤਦਨੋ ਰਤਨ ਉਪਾਏ ਤੇਰੇ। ਅਠ ਸਠ ਤੀਰਥ ਨਾਲੇ, ਗਾਵਣ ਤਦਨੋ ਜੋਧ ਮਹਾਬਲ ਸੂਰਾ। ਗਾਵਣ ਤਦਨੋ ਖਾਣੀ ਚਾਰੇ, ਗਾਵਣ ਤਦਨੋ ਖੰਡ ਮੰਡਲ ਬ੍ਰਹਮੰਡਾ। ਕਰ ਕਰ ਰੱਖੇ ਧਾਰੇ, ਕਰ ਕਰ ਰੱਖੇ ਤੇਰੇ ਧਾਰੇ। ਸਈ ਤਦਨੋ ਗਾਵਨ ਜੋ ਤੁਧ ਪਾਵਨ। ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਤੁਧਨੋ ਗਾਵਨ। ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਇ ਨ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ। ਸੋ ਪਾਤ ਸਾਹੋ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਇ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ। ਕੋਈ ਨ ਜਾਣੈ ਤੇਰਾ ਕੀਤਾ ਕੇਵਡ ਚੀਰਾ। ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਬਿਨ ਸਿੱਧੀ ਕਿਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸੂ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਏ ਦੁਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ। ਰਹਾਉ ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨ ਹੋਵੈ ਘਾਟ ਨ ਜਾਏ। ਨਾ ਉਹ ਮਰੈ ਨ ਹੋਵੈ ਸੋਗ, ਦੇਦਾ ਰਹੈ ਨ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਏ। ਜੇਵਡ ਆਪ ਤੇਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਵੈ ਬਾਝ ਸਨਾਤ। ਰਾਗ ਗੂਜਰੀ ਮਹਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ। ਹਮ ਕੀਰੇ ਕਿਰਨ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਖੋ, ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਰਹਾਉ ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਹੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ 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 ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ।
ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹਲਾ ਪੰਜਵਾ। ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਭਰਿਆ। ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ। ਸੂਕੇ ਕਾਸਟ ਹਰਿਆ ਰਹਾਉ, ਜਨਨ ਪਿਤਾ ਲੋਕ ਸਤ ਬਣਤਾ, ਕੋਈ ਨ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਬਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊੜਿਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਮਨ ਖਲਾਵੈ ਕਉਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹਲਾ ਚੌਥਾ। ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆ ਕਾ ਦਾਤਾਰਾ। ਹਰ ਧਿਆਵੋ ਸੰਤੋਖ ਜੀ, ਸਭ ਦੁਖ ਵਿਸਾਰਨ ਹਾਰਾ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇਕ ਦਾਤੇ ਇਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੋ ਤੁਧ ਬਿਨ ਅਵਰ ਨ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਜੀ, ਤੇਰੇ ਕਿਆ ਗੁਣ ਆਖ ਬਖਾਣਾ। ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਨਾ। ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ। ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰਹਿ ਹਰ ਪੂਜਾ ਜੀ, ਤਪ ਤਾਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ, ਜਨ ਨਾਨਕ ਜੀ, ਜੋ ਭਾਵੈ ਮੇਰੇ ਹਰਿ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ। ਆਸਾ ਮਹਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੋ ਭਾਵੈ ਸੋਈ ਥੀਸੀ। ਜੋ ਤੂੰ ਦੇਹ ਸੋਈ ਹੋ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾਹੇ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਬਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਇ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹਲਾ ਪਹਿਲਾ। ਤਿਤ ਸਰਬ ਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜੁ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨ ਚੇਤਿਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਪਾਇਆ। ਪ੍ਰਵਣਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹਲਾ ਪੰਜਵਾ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ।
ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮ, ਸਰਨ ਪਰੇ ਕੀ ਰਾਖੋ ਸਰਮ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮ, ਸਰਨ ਪਰੇ ਕੀ ਰਾਖੋ ਸਰਮ। ਇੱਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਪਾਤਸ਼ਾਹੀ ਦਸਵੀਂ ਚੌਪਾਈ। ਪੁਨ ਰਾਛਸ ਕਾ ਕਾਟਾ ਸੀਸਾ, ਸ੍ਰੀ ਅਸਕੇਤ ਜਗਤ ਕੇ ਈਸਾ। ਬਹੁਪਨ ਬਿਸਟ ਗਗਨ ਤੇ ਭਈ, ਸਭਿਨ ਆਨ ਬਧਾਈ ਦਈ। ਧਨ ਧਨ ਲੋਗਣ ਕੇ ਰਾਜਾ, ਦੁਸਤਨ ਦਾਹ ਗਰੀਬ ਨਿਵਾਜਾ। ਅਖਲ ਭਵਨ ਕੇ ਸਿਰਜਣਹਾਰੇ, ਦਾਸ ਜਾਨ ਮੋਹਿ ਲੇਹੁ ਉਬਾਰੇ। ਕਬਿਓ ਬਾਜ ਬੇਨਤੀ ਚੌਪਈ। ਹਮਰੀ ਕਰੋ ਹਾਥ ਧਰ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਕਾਵਹੋ, ਆਪ ਹਾਥ ਮੋਹਿ ਬਚਾਵਹੋ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਰੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕੋ ਆਜ ਸੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮਹਿ ਛਾੜ ਕੋਈ ਅਵਰ ਨਾ ਤਿਆਹੂੰ, ਜੋ ਬਰ ਚਾਹੋ ਸੋ ਤੁਮ ਤੇ ਪਾਹੂੰ। ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਨ ਚੁਨ ਸਤਰ ਹਮਾਰੇ ਮਾਰੀ ਹੈ। ਆਪ ਹਾਥ ਮੁਝੇ ਬਰਿਆ, ਮਰਨ ਕਾਲ ਕਾ ਤਰਾਸ ਨਿਵਰਿਐ। ਹੂ ਜੋ ਸਦਾ ਹਮਾਰੇ ਪਛਾ, ਸ੍ਰੀ ਤੁਜ ਜੁ ਕਰੀ ਹੋ ਰਛਾ। ਰਾਖ ਲਿਓ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਪ ਤਾਰਾ, ਕਾਲ ਪਾਏ शिव जीव अवतारा। काल पाए कर बिसन प्रकाशा, सकल काल का किया तमाशा। जबन काल जोगी शिव कियो, वेद राज ब्रह्मा जू थियो। जबन काल सब लोक सवारा, नमस्कार है ताहे हमारा। जबन काल सब जगत बनायो, देव दैत जछन उपजायो। आदि अंत एक अवतारा, सोई गुरु समझे हो हमारा। नमस्कार तिस ही को हमारी, सकल प्रजा जिन आप सवारी। सेवकन को सवगुण सुख दियो, सतरन को पलमो बध कियो। घट घट के अंतर की जानत, भले बुरे की पीर पछानत। चीटी ते कुंचर असूला, सब पर कृपा दिस कर फूला। संतन दुख पाए ते दुखी, सुख पाए साधन के सुखी। एक एक की पीर पछानै, घट घट के पट पट की जानै। जब उद करख करा कर तारा, प्रजा तरत तब देह अपारा। जब आकर्ख करत हो कबहूँ, तुम मैं मिलत देह धर सबहूँ। जेते बदन श्रेष्ठ सब तारै, आप आपनी बूझ उचारै। तुम सब हित रहत निरालम, जानत बेद भेद अर आलम। निरंकार निरवकार निलंब, आद अनील अनाद असंभ। ताका मूढ़ उचारत बेदा, जाको पेव न पावत बेदा। ताको कर पाहन अनुमानत, महामूढ़ कछ भेद न जानत। महादेव को कह सदा शिव, निरंकार का चीनत नह पेव। आप अपनी बुध है जेती, बरनत भिन्न भिन्न तोहि तेती। तुमरा लखा न जाय पसारा, के बिद सजा प्रथम संसारा। एकै रूप अनूप स्वरूपा, रंग भयो राव कही भूपा। अंडज जेरज सेतज कीनी, उत्पुज खान बहुर रच दीनी। कहूँ फूल राजा भय बैठा, कहूँ सिमट भयो शंकर इकैठा। सिगरी श्रेष्ठ दिखाए अचंपव, आदि जुगाद स्वरूप से अम्पव। अब रक्षा मेरी तुम करो, सिख उबार असिख संगरो। दुष्ट जिते उठवत उत्पाता, सकल मलेश करो रण घाता। जे अस तुझ तब सरनी परे, तिनके दुष्ट दुख है मरे। पुरख जवन पग परे तिहारे, तिनके तुम संकट सब टारे। जो कल को एक बार ध्याय है, ताके काल निकट नह ऐ है। रचा होए ताहे सब काला, दुष्ट अरिष्ट टरें तत्काला। कृपा दृष्टन जाहि निहरियो, ताके ताप तनक मोह हरियो। ताके ताप तनक मह हरियो। रिद्धि सिद्ध कर्मो सब हुई, दुष्ट साज सह सकै न कोई। एक बार जन तुम्हें संभारा, काल फास्ते ताहे उबारा। जिन नर नाम तिहारो कहा, दारिद दुष्ट दोख ते रहा।
खड़ग केत मैं सरन तिहारी, आप हाथ लिहो उबारी। सर्व ठोर मो हो सहाई, दुष्ट दोख ते लिहो बचाई। कृपा करी हम पर जगमाता, ग्रंथ करा पूर्ण सुभराता। किलबिक सकल देह को हरता, दुष्ट दोखियन को क्षय करता। श्री तुझ जब पै दयाला, पूर्ण करा ग्रंथ तत्काला। मन वांछित फल पावै सोई, दुख न तिसै व्यापत कोई। अड़िल सुनै गुंग जो याहे, सरस न पावई। सुनै मूढ़ चित लाए, चतुरता आवई। दुख दर्द पाओ, निकट न तिनर के रहै। हो जो या कि एक बार चौपाई को कहे। चौपाई संबत 17 सहस बणिजै, अर्ध सहस 3 कहे जै। भाद्रव सुदी अष्टमी रविवारा, तीर सतद्र ग्रंथ सुधारा। इत श्री चित्रो पखियाने, त्रै चरित्रे मंत्री भूप संवादे। 405 चरित्र समाप्त, मस्त शुभ मस्त अफजू। दोहरा दास जानकर दास पर, कीजै कृपा अपार। आप हाथ राख मोहे, मन कर्म बचन विचार। चौपाई मैं न गिने सह प्रथम नाऊं, किसन बिसन कबहू नह त्याऊं। कान सुने पहचान ना तिनसो, लिव लागी मोरी पग इनसो। महाकाल रखवार हमारो, महालोह मैं किंकर थारो। अपना जान करो रखवार, बाहें गए की लाज विचार। अपना जान मुझे प्रित परिय, चुन चुन सतर हमारे मरिय। देग तेग जग में दो चलै, राख आप मुझे और न दलै। तुम मम करो सदा प्रतिपारा, तुम साहिब मैं दास तिहारा। जान आपना मुझे निवाज, आप करो हमरे सब काज। तुम हो सब राजन के राजा, आपे आप गरीब निवाजा। दास जानकर कृपा करो मोहे, हार परा मैं आन द्वार तोहे। अपना जान करो प्रतिपारा, तुम साहिब मैं किंकर थारा। दास जानदा हाथ उबारो, हमरे सब बैरियन सिंगारो। प्रथम धरो भगवत को त्याना, बौर करो कविता विधनाना। किसन जथा मत चित्र विचारो, चूक होए कब लियो सुधारो। कब बाच दोहरा जो निज प्रभु मों सो कहा, सो कह्यों जग माहे। जो ते प्रभु को ध्याए हैं, अंत स्वर्ग को जाहे। दोहरा हर जन दुई एक है, बिब विचार कछ नाहे। जलते उचित रंग ज्यो, जल ही बिखै से माहे। दोहरा जब आए प्रभु को पयो, जन्म धरा जग आए। अब मैं कथा संक्षेप ते, सबहूँ कहत सुनाए। कब बाच दोहरा ठाठ पयो मैं जोर कर, बचन का सिर न्याय। पंथ चला सब जगत में, जब तुम करो सहाय। दोहरा जे तुमरे ध्यान को, नित उठते हैं संत। अंत लह गे मुक्त फल, पावह गे भगवंत। दोहरा काल पुरख की देह मोह, कोटिक बिसन महेश। कोट इंद्र ब्रह्मा किते, रवसस करोर जलेश। दोहरा राम कथा जुग जुग अटल, सब कोई पाखत नेत। सुरग बा सरग बकरा, सगरी पुरी समेत। चौपाई जो ਇਹ कथा सुनै अर गावै, दुख पाप ते निकट न आवै। बिसन भगत की ਇਹ फल होई, आद ब्याज छ सकै न कोई। संमत 17 सहस 55, हाड़ बदरी प्रथम सुख दावन। तै प्रसाद कर गंथ सुधारा, बूढ़ परी लोह लियो सुधारा। दोहरा नेत्र तुंग के चरण तर, सतद्रव तीर तरंग। श्री भगवत पूर्ण कियो, रघुबर कथा प्रसंग। साध असाध जानो नहीं, बाद सुबाद विवाद। ग्रंथ सकल पूर्ण कियो, भगवत की कृपा प्रसाद। सवया पाए गहे जब ते तुमरे, तब ते को आंख तरे नहीं आन्यो। राम रहीम पुराण कुरान, अनेक कहें मत एक न मान्यो। सिमरत सासर बेद सबै, बहु भेद कहें हम एक न जान्यो। श्री अस्पान कृपा तुमरी कर, मैं न कहो सब तोहे बखान्यो। दोहरा सगल द्वार को छाड़ कै, गयो तुहारो द्वार। बाहें गहे की लाज अस, गोबिंद दास तुहार। सगल द्वार को छाड़ कै, गयो तुहारो द्वार। बाहें गहे की लाज अस, गोबिंद दास तुहार।
ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆ ਵਾਧਾਇਆ। ਰਾਗ ਰਤਨ ਪਰਵਾਰ ਭਰੀਆ, ਸ਼ਬਦ ਗਵਣ ਆਈਆ। ਸਬਦੋ ਤਾ ਗਾਹੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ, ਕਰਤਾ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੈ, ਸਦਾ ਸਿਫ ਸਲਾਹ ਤੇਰੀ, ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕੇ ਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਐ ਵਸਿਆ। ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਇਹ ਵਡਿਆਈਆ, ਕਹੇ ਨਾਨਕ ਸੁਣੋ ਸੰਤੋ, ਸਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤਾਰਿਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜੀਨ ਕੋ, ਸੇ ਨਾਮ ਹਰਿ ਕੈ ਲਾਗੇ। ਕਹੇ ਨਾਨਕ ਤਹਿ ਸੁਖੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਨੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁੰਦਾਵਣੀ ਮਹਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਔਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸ਼ਲੋਕ ਮਹਲਾ ਪੰਜਵਾ। ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀ ਤੋਈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਇਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਇਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਪੌੜੀ। ਤਿਤੈ ਤੂੰ ਸਿਮਰਥ, ਜਿਥੇ ਕੋਈ ਨਾਹੇ, ਉਥੈ ਤੇਰੀ ਰਖ। ਅਗਨੀ ਉਦਰ ਮਾਹੇ, ਸੁਨ ਕੈ ਜਮ ਕੈ ਦੂਤ ਨਾਏ। ਤੇਰਾ ਛੜ ਜਾਹੇ, ਭੋਜਲ ਬਿਖਮਸ ਗਾਹ। ਗੁਰ ਸਬਦੀ ਪਾਰ ਪਾਹੇ, ਜਿਨ ਕੋ ਲੱਗੀ ਪਿਆਸ। ਅੰਮ੍ਰਿਤ ਸੇ ਖਾਹੇ, ਕਲ ਮਹਿ ਇਹੋ ਪੁੰਨ। ਗੁਣ ਗੋਬਿੰਦ ਗਾਹੇ, ਸਭ ਸੈਨੋ ਕਿਰਪਾਲ। ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ, ਜੀ ਆਵੈ ਤੁਧ ਆਹੇ। ਸ਼ਲੋਕ ਮਹਲਾ ਪੰਜਵਾ। ਅੰਤਰ ਗੁਰ ਆਰਾਧਨਾ, ਜਿਹਵਾ ਜਬ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਨਣਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵਤ ਦੇ। ਜਗ ਮਹਿ ਉੱਤਮ ਕਾਢੀ ਹੈ, ਵਿਰਲੇ ਕੇਈ ਕੇ। ਮਹਲਾ ਪੰਜਵਾ। ਰਖੇ ਰਖਣ ਹਾਰ, ਆਪ ਉਬਾਰਿਅਨ। ਗੁਰ ਕੀ ਪੈਰੀ ਪਾਏ, ਕਾਜ ਸਵਾਰਿਅਨ। ਹੋਆ ਆਪ ਦਇਆਲ, ਮਨੋ ਨ ਵਿਸਾਰਿਅਨ। ਸਾਧ ਜਨਾ ਕੈ ਸੰਗ, ਭਵ ਜਲ ਤਾਰਿਅਨ। ਸਾਖਤ ਨਿੰਦਕ ਦੁਸ਼ਟ, ਖਿਨ ਮਾਹਿ ਬਿਦਾਰਿਅਨ। ਤਿਸ ਸਾਹਿਬ ਕੀ ਟੇਕ, ਨਾਨਕ ਮਨੈ ਮਾਹੇ। ਜਿਸ ਸਿਮਰਤ ਸੁਖ ਹੋਏ, ਸਗਲੇ ਦੁਖ ਜਾਹੇ। ਤਿਸ ਸਾਹਿਬ ਕੀ ਟੇਕ, ਨਾਨਕ ਮਨੈ ਮਾਹੇ। ਜਿਸ ਸਿਮਰਤ ਸੁਖ ਹੋਏ,
ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਵਿਨਾਸ਼ਨ ਸੋਇ। ਸ਼੍ਰੀ ਨਾਨਕ ਪੁਰਸ਼ੋਤਮੰ ਪਰਮ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਸ਼੍ਰੀ ਅੰਗਦ ਕੰਦਨ ਬਿਗਨਾ ਬਦਨ ਸੁਮੰਗਲ ਸਾਲ। ਪਰਣ ਸ਼ਰਨ ਕਰ ਚਰਨ ਕੋ ਨਮਸਕਾਰ ਧਰ ਭਾ। ਸ਼੍ਰੀ ਸਤਿਗੁਰ ਬਰ ਅਮਰ ਜੀ ਸ਼ਰਨ ਨਰਨ ਦੁਖ ਹਰਣਾ। ਕਾਰਣ ਕਰਨ ਸੁਜਾਨ ਮਨ ਨਮਸਕਾਰ ਤਿਨ ਚਰਨ। ਰਾਮਦਾਸ ਸੁਖ ਰਾਸ ਪ੍ਰਭ ਸੇਵਕ ਤਰਾਸ ਵਿਦਾਰ। ਪਗ ਪਰ ਮੁਰ ਪ੍ਰਣਾਮ ਹੈ ਪਰਣਾ ਸ਼ਰਨ ਵਿਚਾਰ। ਸ਼੍ਰੀ ਅਰਜਨ ਸਰੋਤਾ ਅਰਜ ਸਿਰਜਣ ਆਰਜ ਤਾਹੇ। ਲਰ ਜਿਤ ਜਮ ਜਿਨ ਨਾਮ ਤੇ ਬੰਦੋਂ ਤਿਨ ਜੁਗ ਪਾਏ। ਸ਼੍ਰੀ ਗੁਰੂ ਹਰਗੋਬਿੰਦ ਵਾਰ ਸਨਦ ਬਦ ਧਰ ਧਿਆਨ। ਬੰਦ ਦਉ ਕਰ ਬੰਦਨਾ ਸੁੰਦਰ ਦੁਤ ਮਦਿਨਾ। ਸ਼੍ਰੀ ਸਤਿਗੁਰ ਹਰਿ ਰਾਏ ਕੇ ਨਾਇ ਥਿਆਇ ਅਗਝਾਏ। ਕਰ ਪਦ ਪਰ ਪ੍ਰਣਾਮ ਕੋ ਯਤੇ ਨਿਦ ਸਿਧ ਆਏ। ਦਰਸ਼ਨ ਸ਼੍ਰੀ ਹਰਿ ਕ੍ਰਿਸ਼ਨ ਕੋ ਨਿਪੁੰਨ ਹਰਣ ਜੁਰ ਤੀਨ। ਚਰਨ ਮਨੋਹਰ ਬੰਦਨਾ ਜਿਨ ਸਿੱਖਨ ਸੁਖ ਕੀਨਾ। ਤੇਗ ਬਹਾਦਰ ਧਰਮ ਤੁਜ ਹਰਤਾ ਤੁਰਕਨ ਮੂਲ। ਚਰਨ ਸ਼ਰਨ ਤਾਰਨ ਤਰਣ ਨਮੋ ਹੋਏ ਅਨਕੂਲ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਅਵਤਾਰ। ਖੰਡੇ ਖੰਡ ਪਖੰਡ ਜਿਉ ਤਿਉ ਮਮ ਬਿਘਨ ਨਿਵਾਰ। ਸਰਬ ਪੰਥ ਗੁਰੂ ਗ੍ਰੰਥ ਕੋ ਨਮਸਕਾਰ ਬਹੁ ਬਾਰ। ਸਰਬ ਪੰਥ ਗੁਰੂ ਗ੍ਰੰਥ ਕੋ ਨਮਸਕਾਰ ਬਹੁ ਬਾਰ। ਸਤਿਨਾਮ ਵਾਹਿਗੁਰੂ ਜੀ ਦੋਹਰਾ। ਸੁਨਮ ਸੰਦ ਕੇ ਬਾਖ ਕੋ ਧੀਰ ਮਲ ਲਘੁ ਧੀਰ। ਕਛੁਕ ਦੀਨ ਮਨ ਹੋਇ ਕੈ ਕਹਿਓ ਪਾਏ ਭਰ ਪੀਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਰਹਿਮਤ ਦਾ ਸਦਕਾ ਸੰਧਿਆ ਵੇਲੇ ਦਰਬਾਰ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ। ਤੇ ਆਓ
ਲੜੀਵਾਰ ਕਥਾ ਜੋ ਹਰ ਰੋਜ਼ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਦੇ ਹਾਂ ਗੁਰਪ੍ਰਤਾਪ ਸੂਰਜ ਪ੍ਰਕਾਸ਼ ਦੁਆਰਾ। ਮਹਾਰਾਜ ਨੇ ਵਡਭਾਗਾ ਸਮਾਂ ਬਖਸ਼ਿਆ। ਸੋ ਆਪਾਂ ਸਰਵਣ ਕੀਤਾ ਕਿ ਧੀਰਮੱਲ ਨੇ ਅਪਰਾਧ ਕੀਤਾ, ਮਹਾਰਾਜ 'ਤੇ ਗੋਲੀ ਵੀ ਚਲਾਈ, ਡੇਰਾ ਵੀ ਸਾਰਾ ਲੁੱਟਿਆ। ਮੱਖਣ ਸ਼ਾਹ ਨੇ ਦੰਡ ਦਿੱਤਾ ਧੀਰਮੱਲ ਨੂੰ, ਉਹਦਾ ਸਮਾਨ ਸਾਰਾ ਲੈ ਆਂਦਾ ਲੁੱਟ ਕੇ, ਪਰ ਗੁਰੂ ਸਾਹਿਬ ਜੀ ਨੇ ਸਾਰਾ ਸਮਾਨ ਵਾਪਸ ਕਰਵਾ ਦਿੱਤਾ। ਅਤੇ ਨਾਲ ਹੀ ਧੀਰਮੱਲ ਨੂੰ ਇਹ ਕਹਿ ਦਿੱਤਾ ਵੀ ਇਹ ਹੁੰਦੀ ਹੈ ਗੁਰ ਵਡਿਆਈ, ਵੀ ਤੂੰ ਉਹਨਾਂ 'ਤੇ ਗੋਲੀਆਂ ਚਲਾਵੇਂ ਉਹ ਫਿਰ ਵੀ ਤੇਰੇ 'ਤੇ ਦਿਲ ਦਇਆ ਕਰਦੇ ਨੇ। ਸੋ ਛਿਮਾ ਕਰਨਾ, ਨਿਮਰਤਾ ਦੇ ਵਿੱਚ ਰਹਿਣਾ, ਸੋ ਇਹ ਗੁਣ ਹੁੰਦੇ ਨੇ ਜਿਹੜੇ ਇਹ ਤੇਰੇ ਵਿੱਚ ਨਹੀਂ ਹੈ। ਧੀਰਮੱਲ ਚੁੱਪ ਹੀ ਕੀਤਾ ਰਿਹਾ। ਹੋਰ ਵੀ ਬੜਾ ਕੁਝ ਕਿਹਾ, ਬੜਾ ਦੁਖੀ ਹੋਇਆ ਇਹ ਸੁਣ ਕੇ ਗੱਲਾਂ। ਹੁਣ ਜਦੋਂ ਧੀਰਮੱਲ ਬੜਾ ਪਰੇਸ਼ਾਨ ਸੀ ਤਾਂ ਫਿਰ ਸੀਹੇ ਮਸੰਦ ਨੇ ਉਹਨੂੰ ਹੌਸਲਾ ਦਿੱਤਾ ਵੀ ਉਹ ਤਾਂ ਸਮਾਨ ਸਾਰਾ ਵਾਪਸ ਕਰ ਗਿਆ ਵੀ ਤੇਰੇ ਤੋਂ ਡਰਦੇ ਮਾਰੇ ਕਰ ਗਏ। ਉਹਨਾਂ ਨੂੰ ਪਤਾ ਵੀ ਮੱਖਣ ਸ਼ਾਹ ਨੇ ਕਿਹੜਾ ਹਮੇਸ਼ਾ ਇੱਥੇ ਬੈਠਾ ਰਹਿਣਾ, ਅਤੇ ਆਖਿਰਕਾਰ ਵਰਤਣਾ ਤਾਂ ਤੁਹਾਡੇ ਨਾਲ ਹੀ ਹੈ। ਉਹ ਡਰਦੇ ਮਾਰੇ ਦੇਗਾ, ਤੁਹਾਨੂੰ ਉਹਨਾਂ ਨੇ ਵੱਡਾ ਮੰਨ ਲਿਆ ਤਾਂ ਦੇਗਾ। ਧੀਰਜ ਦਿੱਤਾ ਧੀਰਮੱਲ ਨੂੰ ਵੀ ਜੇ ਤੁਸੀਂ ਹੌਸਲਾ ਛੱਡ ਲਿਆ ਫਿਰ ਬਾਕੀ ਸਾਰਿਆਂ ਦਾ ਸਾਡਾ ਕੀ ਬਣੇਗਾ, ਤੁਸੀਂ ਹੌਸਲੇ ਵਿੱਚ ਰਹੋ। ਹੁਣ ਇਹ ਮਸੰਦਾਂ ਦੀ ਗੱਲ ਸੁਣ ਕੇ ਧੀਰਮੱਲ ਨੇ ਆਪਣੇ ਮਨ ਨੂੰ ਕੁਝ ਧੀਰਜ ਦਿੱਤਾ, ਪਰ ਫਿਰ ਵੀ ਬੜੇ ਦੁਖੀ ਮਨ ਦੇ ਨਾਲ ਉਹ ਕਹਿਣ ਲੱਗਾ, ਉਹ ਮਸੰਦ ਤੈਂ ਭਨਿਓ ਬਨਾਏ, ਜੇ ਹੋ ਚਾਹਤ ਮੋਹੇ ਮਰਵਾਏ। ਠੀਕ ਹੈ, ਵੀ ਸੀਹੇ ਮਸੰਦ ਨੂੰ ਕਿਹਾ ਧੀਰਮੱਲ ਨੇ ਵੀ ਤੂੰ ਗੱਲ ਤਾਂ ਬਹੁਤ ਸੋਹਣੀ ਬਣਾ ਕੇ ਕੀਤੀ ਹੈ, ਪਰ ਜੇ ਚਾਹੁੰਦੇ ਹੈ ਨਾ ਗੁਰੂ ਤੇਗ ਬਹਾਦਰ ਜੀ ਤੇ ਉਹ ਮੈਨੂੰ ਮਰਵਾ ਵੀ ਸਕਦੇ ਸੀ। ਜਿਸ ਕੇ ਪਾਸ ਪੰਚ ਸੈ ਨਰ ਹੈ, ਅਸ ਮੱਖਣ ਅਵਰੈ ਅਨੁਸਰ ਹੈ। ਮੱਖਣ ਸ਼ਾਹ ਜਿਸ ਦੇ ਕੋਲ 500 ਬੰਦੇ ਨੇ ਸ਼ਸਤਰਧਾਰੀ, ਅਤੇ ਉਹ ਗੁਰੂ ਸਾਹਿਬ ਜੀ ਦੇ ਅਨੁਸਾਰ ਹੀ ਹੈ, ਉਹ ਤੇਗ ਬਹਾਦਰ ਜੀ ਦੇ ਅਨੁਸਾਰ ਹੀ ਹੈ। ਤਿਸ ਰਜਾਏ ਕੋ ਪਾਏ ਕਰੰਤਾ, ਜਾਂ ਤੇ ਬਚਿਓ ਮੋਹੇ ਨ ਹੰਤਾ। ਮੱਖਣ ਸ਼ਾਹ ਆਪਣੀ ਮਨਮਰਜ਼ੀ ਨਹੀਂ ਸੀ ਕਰ ਸਕਦਾ, ਅਤੇ ਉਹ ਗੁਰੂ ਤੇਗ ਬਹਾਦਰ ਜੀ ਦੇ ਹੁਕਮ ਵਿੱਚ ਹੋਣ ਕਰਕੇ ਉਹ ਮੈਨੂੰ ਕੁਝ ਨਹੀਂ ਕਰ ਸਕਿਆ। ਅਗਰ ਉਹ ਆਪਣੀ ਮਨਮਰਜ਼ੀ ਕਰਦਾ ਤਾਂ ਉਹ ਮੈਨੂੰ ਨੁਕਸਾਨ ਪਹੁੰਚਾ ਸਕਦੇ ਸੀ। ਪੂਰਵ ਭੀ ਸ਼ਾਂਤੀ ਚਿਤ ਸੋਏ, ਕਬਹੂ ਕੁਕਰਮ ਕੀਨ ਨ ਕੋਏ। ਸੋ ਧੀਰਮੱਲ ਕਹਿ ਰਿਹਾ ਵੀ ਗੁਰੂ ਤੇਗ ਬਹਾਦਰ ਜੀ ਸ਼ੁਰੂ ਤੋਂ ਹੀ ਇੱਦਾਂ ਦੇ ਆ, ਸ਼ਾਂਤ ਚਿੱਤ, ਅਤੇ ਅੱਜ ਤੱਕ ਉਹਨਾਂ ਨੇ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ। ਇਹ ਵੀ ਨਾਲ ਕਹਿ ਰਿਹਾ ਧੀਰਮੱਲ, ਕਹਿੰਦਾ ਕਿਸੇ ਦਾ ਨਹੀਂ ਮਾੜਾ ਨਹੀਂ ਕੀਤਾ। ਅਬ ਪੀ ਕਰ ਨ ਸਕੇ ਕੁਠਾਈ, ਮੁਝ ਮਨ ਮੈਂ ਇਸ ਹੀ ਵਿਦਿਆਈ। ਸੋ ਮੇਰੇ ਮਨ ਦੇ ਵਿੱਚ ਇਹੋ ਹੁਣ ਫੇਰ ਗੱਲ ਆ ਰਹੀ ਹੈ ਵੀ ਅੱਜ ਵੀ ਉਹ ਕਿਸੇ ਦਾ ਮਾੜਾ ਨਹੀਂ ਕਰਦੇ, ਨਾ ਕਰ ਸਕਦੇ ਨੇ। ਉਹਨਾਂ ਦਾ ਸੁਭਾਅ ਹੀ ਨਹੀਂ ਮਾੜਾ ਕਰਨਾ ਕਹਿੰਦੇ। ਅਥਵਾ ਤੋਹੇ ਕਿਹੋ ਜਿਸ ਭਾਂਤੀ, ਹੋਈ ਹੋਏਗੀ ਤੈਸੋ ਬਾਤੀ। ਵੀ ਜਿੱਦਾਂ ਸੀਹੇ ਨੂੰ ਕਿਹਾ ਵੀ ਤੂੰ ਕਿਹਾ ਵੀ ਉਹ ਡਰਦੇ ਮਾਰੇ ਸਭ ਕੁਝ ਦੇ ਗਏ, ਹੋ ਸਕਦਾ ਮੰਨ ਵੀ ਲੈਂਦੇ, ਉਹ ਡਰਦੇ ਮਾਰੇ ਦੇ ਗਏ। ਤਉ ਸੁਨੋ ਮੋਕੋ ਦੁਖਦਾਈ, ਭਇਓ ਬਿਗਾਰ ਜੇ ਨ ਸੁਧਰਾਈ। ਪਰ ਮੇਰੀ ਜੋ ਦੁੱਖ ਦੀ ਬਾਤ ਹੈ ਉਹ ਇਹ ਹੈ ਵੀ ਹੁਣ ਜਿਹੜਾ ਵਿਗਾੜ ਪੈ ਗਿਆ ਹੈ ਨਾ, ਸੋ ਇਹਦੇ ਵਿੱਚ ਸੁਧਾਰ ਨਹੀਂ ਹੋ ਸਕਦਾ, ਜ਼ਿਆਦਾ ਬੇਰਸੀ ਹੋ ਗਈ। ਕਹਿੰਦਾ ਪਤ ਮੈਂ ਰਖਣਾ ਅਸ ਪਰ ਗਇਓ, ਜਿਸ ਤੇ ਪੂਰਵ ਸਮਨੈ ਭਇਓ। ਮੇਰੀ ਬੇਇੱਜ਼ਤੀ ਜ਼ਿਆਦਾ ਹੋਈ ਆ, ਕਹਿੰਦਾ ਮੇਰੀ ਇੱਜ਼ਤ ਦੇ ਵਿੱਚ ਬਹੁਤ ਰੱਖਣਾ ਹੋ ਗਿਆ, ਫਰਕ ਪੈ ਗਿਆ। ਜਿੰਨੀ ਬੇਇੱਜ਼ਤੀ ਕਹਿੰਦਾ ਹੁਣ ਮੇਰੀ ਹੋਈ ਹੈ, ਇੰਨੀ ਬੇਇੱਜ਼ਤੀ ਪਹਿਲੋਂ ਕਦੀ ਮੇਰੀ ਹੋਈ ਨਹੀਂ ਸੀ। ਧੀਰਮੱਲ ਕਹਿ ਰਿਹਾ, ਆਪ ਜਸ ਬਿਥਰੈ ਸਭ ਹਿਨ ਮਾਹੀ, ਇਹ ਬਿਰਤਾਂਤ ਦੁਰਹਿ ਕਿਮ ਨਾਹੀ। ਸਾਰਿਆਂ ਦੇ ਵਿੱਚ ਮੇਰਾ ਅਪਜਸ ਹੋ ਗਿਆ, ਅਤੇ ਜੋ ਕੁਝ ਇੱਥੇ ਹੋਇਆ ਹੈ ਨਾ ਇਹ ਛੁਪਿਆ ਥੋੜ੍ਹੀ ਰਹਿ ਸਕਦਾ। ਜੋ ਕੁਝ ਬਕਾਲੇ ਹੋ ਗਿਆ ਸੋ ਇਹ ਸਾਰੇ ਪਾਸੇ ਪ੍ਰਗਟ ਹੋਵੇਗਾ। ਕਹਿੰਦਾ ਸੋਢੀ ਬ੍ਰਿੰਦ ਸ਼ਰੀਕ ਹਮਾਰੇ,
ਮਿਲੈ ਪਰਸ ਪਰ ਹਸੇ ਉਧਾਰੇ। ਸਾਡਾ ਸ਼ਰੀਕਾ ਸਾਰਾ ਆਪਸ ਵਿੱਚ ਜਦੋਂ ਬੈਠਣਗੇ ਮਿਲਣਗੇ ਤੇ ਸਾਡੇ ਤੇ ਹੱਸਣਗੇ। ਕਹਿੰਦਾ ਸਬਿਦ ਮੇਰੀ ਭਨੀ ਖੁਟਾਈ, ਤੇਗ ਬਹਾਦਰ ਕੀ ਭਲਿਆਈ। ਤੇਗ ਬਹਾਦਰ ਦੀ ਸਾਰੇ ਵਡਿਆਈ ਕਰਨਗੇ, ਉਹਦੀ ਸਿਫਤ ਕਰਨਗੇ, ਤੇ ਮੇਰੀ ਹਰ ਪਾਸੇ ਕਹਿੰਦਾ ਹੁਣ ਨਿੰਦਿਆਈ ਹੋਣੀ ਹੈ। ਕਿਮ ਬੈਠੂੰ ਮੈਂ ਸਭਾ ਮਝਾਰੀ, ਹੋਵੋ ਲੱਜਤ ਹਿਰਦੈ ਵਿਚਾਰੀ। ਮੈਂ ਇੱਥੇ ਸਭਾ ਲਾ ਕੇ ਕਿਵੇਂ ਬੈਠ ਸਕਦਾ ਆ। ਕਹਿੰਦਾ ਮੈਨੂੰ ਤਾਂ ਬੈਠਿਆਂ ਨੂੰ ਵੀ ਲੱਜਾ ਆਉਂਦੀ ਹੈ, ਮੈਂ ਨਹੀਂ ਕਹਿੰਦਾ ਹੁਣ ਮੂੰਹ ਦੇ ਸਕਦਾ ਇੱਥੇ ਬਕਾਲੇ ਵਿੱਚ, ਮੈਂ ਨਹੀਂ ਰਹਿ ਸਕਦਾ। ਜੇ ਰਹਤੇ ਕਰਤਾਰਪੁਰੇ ਮੈਂ, ਅਸ ਬਿਨਪਤੀ ਹੋਤ ਤਿਹ ਠਹਿਨ। ਅਗਰ ਅਸੀਂ ਕਰਤਾਰਪੁਰ ਦੇ ਵਿੱਚ ਰਹਿੰਦੇ, ਕੀ ਲੋੜ ਸੀ ਸਾਨੂੰ ਬਕਾਲੇ ਵਿੱਚ ਆਉਣ ਦੀ। ਜੋ ਬੇਇੱਜ਼ਤੀ ਇੱਥੇ ਆਣ ਕੇ ਹੋ ਗਈ ਹੈ, ਕਰਤਾਰਪੁਰ ਜੇ ਅਸੀਂ ਰਹਿੰਦੇ ਤੇ ਸਾਡੀ ਇੰਨੀ ਬੇਇੱਜ਼ਤੀ ਨਹੀਂ ਸੀ ਹੋਣੀ। ਨਿਜ ਨਿਕੇਤ ਰਹਿ ਸੁਜਸ ਸਮੇਤ, ਆਵੈ ਸਿੱਖ ਸੰਗਤ ਕਰ ਹੇਤ। ਆਪਣਾ ਘਰ, ਆਪਣਾ ਨਗਰ, ਆਪਣਾ ਇਲਾਕਾ, ਆਪਣੇ ਲੋਕ, ਤੇ ਕਿੰਨੀਆਂ ਸੰਗਤਾਂ ਉੱਥੇ ਆਉਂਦੀਆਂ। ਸੋ ਸਾਡਾ ਜਸ ਬਣਿਆ ਰਹਿਣਾ ਸੀ ਜੇ ਉੱਥੇ ਰਹਿੰਦੇ ਤਾਂ। ਅਨਗਨ ਚਲੀ ਉਪਾਇਨ ਆਵੈ, ਨਿਜ ਘਰ ਮੈਂ ਸਭ ਵਿਧ ਸੁਖ ਪਾਵੈ। ਹਰ ਇੱਕ ਤਰ੍ਹਾਂ ਦੀ ਭੇਟਾ ਸਾਡੇ ਕੋਲ ਆਉਂਦੀ ਸੀ, ਤੇ ਭੇਟਾ ਸੰਗਤਾਂ ਨੇ ਸਾਡੇ ਕੋਲ ਆਉਂਦੇ ਰਹਿਣਾ ਸੀ, ਆਪਣੇ ਘਰ ਵਿੱਚ ਰਹਿਣਾ ਸੀ, ਸੁੱਖ ਪ੍ਰਾਪਤ ਕਰਨੇ ਸੀਗੇ। ਕੇਤਕ ਮਿਲਤ ਜੇ ਮੱਖਣ ਜੈਸੇ, ਪਿਖਤ ਸਮਰੱਥ ਨਾ ਹੈ ਕੈਸੇ। ਆਹ ਮੱਖਣ ਵਰਗੇ ਭਾਵੇਂ ਇੱਕ ਨਹੀਂ ਹੋਰ ਕਿੰਨੇ ਆ ਜਾਂਦੇ, ਅੱਖ ਚੁੱਕ ਕੇ ਨਹੀਂ ਸੀ ਕਹਿੰਦਾ ਸਾਡੀ ਵੱਲ ਵੇਖ ਸਕਦੇ। ਆਪਣੇ ਇਲਾਕੇ ਦਾ, ਆਪਣੇ ਨਗਰ ਦਾ, ਆਪਣੇ ਬੰਦਿਆਂ ਦਾ ਫਰਕ ਹੁੰਦਾ। ਇੱਥੇ ਅਸੀਂ ਬਗਾਨੀ ਜਗ੍ਹਾ ਬੈਠੇ ਸੀਗੇ, ਤਦੇ ਸਾਡੀ ਬੇਇੱਜ਼ਤੀ ਹੋ ਗਈ। ਕਹਿੰਦਾ ਤੈਂ ਕਹਿ ਕਹਿ ਉਪਦੇਸ਼ ਕਨੇਰੇ, ਇਹਾਂ ਆਨ ਕਰਵਾਇਓ ਡੇਰੇ। ਤੂੰ ਨਹੀਂ ਹਟਿਆ, ਸੀਏ ਨੂੰ ਕਹਿ ਰਿਹਾ ਧੀਰਮਲ, ਤੂੰ ਵਾਰ ਵਾਰ ਕਹਿ ਕੇ ਕਰਤਾਰਪੁਰ ਤੋਂ ਸਾਨੂੰ ਇੱਥੇ ਬਕਾਲੇ ਲਿਆਂਦਾ। ਸੋ ਇਹਦਾ ਮਤਲਬ ਬਾਬੇ ਬਕਾਲੇ ਵਿੱਚ ਧੀਰਮਲ ਆਉਣ ਨੂੰ ਨਹੀਂ ਸੀ ਮੰਨਦਾ। ਇਹ ਸੀਹੇ ਨੇ ਜੋੜ ਦੇ ਕੇ ਧੀਰਮਲ ਨੂੰ ਬਕਾਲੇ ਵਿੱਚ ਲਿਆਂਦਾ। ਪੁਨਹ ਚਲਿਓ ਸ਼ੀਕਤ ਮੈਂ ਵਰਜਿਓ, ਨਾ ਮਾਨਿਓ ਆਪਣੋ ਮਤ ਸਰਜਿਓ। ਫਿਰ ਇੱਥੇ ਆਣ ਕੇ ਚੱਲ ਇੱਥੇ ਵੀ ਜਿਹੜਾ ਅਸੀਂ ਆਪਣਾ ਡੇਰਾ ਬਣਾਇਆ ਸੀ, ਉਸ ਡੇਰੇ 'ਚ ਸਾਨੂੰ ਰਹਿਣਾ ਚਾਹੀਦਾ ਸੀ। ਤੇ ਤੂੰ ਕਿਉਂ ਆਪਣੇ ਆਦਮੀ ਲੈ ਕੇ ਤੇ ਤੇਗ ਬਹਾਦਰ ਜੀ ਦਾ ਡੇਰਾ ਲੁੱਟਣ ਚਲਾ ਗਿਆ। ਉਸ ਵੇਲੇ ਮੈਂ ਤੈਨੂੰ ਵਰਜਿਆ ਵੀ ਸੀ, ਤੂੰ ਆਪਣੀ ਮਰਜ਼ੀ ਕੀਤੀ, ਨਹੀਂ ਸਾਡੀ ਗੱਲ ਮੰਨੀ। ਕਹਿੰਦਾ ਆਪ ਜਸ ਕੋ ਸੰਕਟ ਮੁਝ ਦੀਨਸ, ਤੁਮ ਅਨੁਸਾਰ ਇਹ ਫਲ ਲੀਨਸ। ਜਿਹੜਾ ਹੁਣ ਸਾਡਾ ਅਪਜਸ ਹੋ ਰਿਹਾ, ਬੇਇੱਜ਼ਤੀ ਹੋ ਰਹੀ ਹੈ, ਤੇ ਤੇਰੇ ਕਰਕੇ ਮੈਨੂੰ ਇਹ ਫਲ ਪ੍ਰਾਪਤ ਹੋਇਆ। ਜੇ ਤੂੰ ਗੱਲ ਮੰਨ ਲੈਂਦਾ ਨਾ ਜਾਂਦਾ ਉੱਥੇ ਗੁਰੂ ਤੇਗ ਬਹਾਦਰ 'ਤੇ ਜਾ ਕੇ ਗੋਲੀ ਨਾ ਚਲਾਉਂਦਾ, ਮੈਂ ਤੈਨੂੰ ਰੋਕਿਆ ਵੀ ਸੀਗਾ ਵੀ ਮੇਰਾ ਮਨ ਜਿਹੜਾ ਆ ਉਹ ਮੰਨਦਾ ਨਹੀਂ ਪਿਆ, ਤੂੰ ਹਟਿਆ ਨਹੀਂ। ਕਹਿੰਦਾ ਜਥਾ ਤੁਰੰਗ ਹੋਏ ਮੋਹ ਧਾਣਾ, ਚਾਹੇ ਕੁਮਾਰਗ ਕਰੇ ਧਿਆਣਾ। ਧੀਰਮਲ ਨੂੰ ਚੰਗਾ, ਧੀਰਮਲ ਨੇ ਆਪਣੇ ਮਸੰਦ ਸੀਹੇ ਨੂੰ ਚੰਗਾ ਝਾੜਿਆ। ਕਹਿੰਦਾ ਜਿੱਦਾਂ ਘੋੜਾ ਮੋਹ ਧਾਣਾ ਹੋਵੇ ਨਾ, ਮੂੰਹ ਜ਼ੋਰ ਹੋਵੇ, ਤੇ ਉਹ ਪੁੱਠੇ ਪਾਸੇ ਹੀ ਜਾਂਦਾ ਹੁੰਦਾ ਹੈ। ਬਿਖਰੀ ਧਰਾ ਗੀਰ ਹਸਵਾਰ, ਪੁਨ ਵਿਚਰਤ ਨਿਜ ਇੱਛਾ ਧਾਰ। ਉਹ ਬੜਾ ਜਿਹੜਾ ਮੂੰਹ ਜ਼ੋਰ ਘੋੜਾ ਹੁੰਦਾ ਨਾ, ਇਸ ਗੱਲੋਂ ਬੜਾ ਸਿਆਣਾ ਹੁੰਦਾ ਵੀ ਆਪਣੇ ਅਸਵਾਰ ਨੂੰ ਬਹੁਤ ਔਖੀ ਜਗ੍ਹਾ 'ਤੇ ਸਿੱਟ ਦਿੰਦਾ। ਸੋ ਐਸੀ ਜਗ੍ਹਾ 'ਤੇ ਜਿੱਥੋਂ ਫਿਰ ਉਹ ਸਹਿਜੇ ਕਿਤੇ ਉੱਠ ਨਹੀਂ ਸਕਦਾ, ਇੱਦਾਂ ਦੀ ਬੜੀ ਬਿਖਰੀ ਜਗ੍ਹਾ 'ਤੇ ਉਹ ਸੁੱਟ ਦਿੰਦਾ। ਫਿਰ ਆਪਣੀ ਮਰਜ਼ੀ ਅਨੁਸਾਰ ਉਹ ਵਿਚਰਦਾ। ਤਸ ਮੇਰੇ ਸੰਕੀਨ ਸਬਾਤ, ਪੁਨਨਾ ਹਾਥ ਆਵੇਂ ਕਿਸ ਬਾਤ। ਇੱਦਾਂ ਹੀ ਤੂੰ ਮੇਰੇ ਨਾਲ ਕੀਤਾ, ਮੈਨੂੰ ਕਿੱਥੇ ਲਿਆ ਕੇ ਸਿੱਟਿਆ, ਫਿਰ ਕਰਮ ਤੂੰ ਇਹੋ ਜਿਹਾ ਕਰ ਦਿੱਤਾ, ਇੱਦਾਂ ਦੀ ਮੇਰੀ ਬੇਇੱਜ਼ਤੀ ਹੋ ਗਈ। ਕਹਿੰਦਾ ਵੀ ਹੁਣ ਜਿਹੜੀ ਮੇਰੀ ਇੱਜ਼ਤ ਗਈ ਹੈ ਨਾ, ਉਹ ਮੇਰੇ ਹੱਥ ਨਹੀਂ ਆ ਸਕਦੀ ਹੈ। ਮਮ ਚਿਤ ਅਬ ਥਿਰਤਾ ਨਹੀਂ ਗਏ, ਕੁਤੋ ਸ਼ਰੀਕ ਹਸ ਕੋ ਸਹੇ। ਮੇਰੇ ਅੰਦਰ ਹੁਣ ਟਿਕਾ ਨਹੀਂ ਬਣਦਾ ਪਿਆ, ਬਸ ਸ਼ਰੀਕਿਆਂ ਨੇ ਬੜੀ ਹਾਸੀ ਕਰਨੀ ਆ ਮੇਰੇ 'ਤੇ। ਕਹਿੰਦਾ ਮੈਂ ਤੋ ਇਹਾਂ ਰਾਤ ਹੀ ਰਹੂੰ, ਤਿਮਰ ਹੋਤ ਹੀ ਨਿਕਸਨ ਚਾਹੂੰ। ਮੈਂ ਤਾਂ ਇੱਕ ਰਾਤ ਇੱਥੇ ਰਹਾਂਗਾ, ਬਸ ਸੂਰਜ ਵੀ ਨਹੀਂ ਚੜ੍ਹਨ ਦੇਣਾ। ਸਵੇਰ ਹੁੰਦਿਆਂ ਸਾਰੀ ਇੱਥੋਂ ਜਦੋਂ ਮਾੜੀ ਜਿਹੀ ਲੋ ਲੱਗ ਗਈ
ਮੈਂ ਇੱਥੋਂ ਤੁਰ ਪੈਣਾ, ਲੋਕਾਂ ਨੂੰ ਕਿਵੇਂ ਮੂੰਹ ਦਿਖਾਵਾਂਗਾ। ਨੈ ਕਿਸ ਹੂੰ ਨਿਜ ਮੁਖ ਦਿਖਲਾਵਾਂ, ਅਰਣ ਉਦੇ ਤੇ ਪ੍ਰਥਮ ਸਿਧਾਵਾਂ। ਕਿਸੇ ਨੂੰ ਮੈਂ ਮੁਖ ਨਹੀਂ ਦਿਖਾਲਣਾ। ਸੂਰਜ ਉਦੇ ਹੋਣ ਤੋਂ ਪਹਿਲਾਂ ਪਹਿਲਾਂ ਮੈਂ ਜਾਣਾ ਚਾਹੁੰਦਾ। ਅਸ ਲਾਲਚ ਤੈਂ ਮੋਹਿ ਕਰਾਵਾ, ਜਿਸ ਤੇ ਪੂਰਬ ਸੁਜਾਸਨ ਸਾਵਾ। ਸੋ ਤੂੰ ਇੱਦਾਂ ਦਾ ਮੇਰੇ ਪਾਸੋਂ ਲਾਲਚ ਕਰਵਾ ਦਿੱਤਾ। ਮੇਰੇ ਕੋਲ ਤਾਂ ਆਪਣੇ ਕੋਲ ਬੜਾ ਸਮਾਨ ਸੀ। ਇਹ ਗੱਲ ਮਾਤਾ ਨਾਨਕੀ ਜੀ ਨੇ ਵੀ ਕਹੀ ਸੀ ਵੀ ਧੀਰਮਲ ਦੇ ਕੋਲ ਧਨ ਥੋੜ੍ਹਾ ਆਉਂਦਾ, ਥੋੜ੍ਹੇ ਵਸਤਰ, ਥੋੜ੍ਹੇ ਕੱਪੜੇ, ਥੋੜ੍ਹੇ ਸੋਨੇ ਦੇ ਗਹਿਣੇ, ਉਹਦੇ ਕੋਲ ਸੋਨਾ ਥੋੜ੍ਹਾ ਆ ਰਿਹਾ। ਵੀ ਸਾਡਾ ਕੋਲ ਤਾਂ ਜੋ ਸੰਗਤ ਥੋੜ੍ਹਾ ਵੱਧੇ ਜਾਂਦੀ ਉਹਨਾਂ ਸਾਡਾ ਰੋਟੀ ਪਾਣੀ ਚੱਲਦਾ। ਵੀ ਧੀਰਮਲ ਨੂੰ ਸਾਡਾ ਡੇਰਾ ਸਮਾਨ ਲੁੱਟਣ ਦੀ ਕੀ ਲੋੜ ਪੈ ਗਈ ਸੀ। ਹੁਣ ਇਹ ਧੀਰਮਲ ਵੀ ਇਹ ਗੱਲ ਕਹਿ ਰਿਹਾ, ਕਹਿੰਦਾ ਇੰਨਾ ਸਮਾਨ ਮੇਰੇ ਕੋਲ ਆਉਂਦਾ ਸੀ, ਐਵੇਂ ਮੇਰੇ ਕੋਲ ਕਹਿੰਦਾ ਲਾਲਚ ਕਰਵਾ ਲਿਆ ਅਤੇ ਆਹ ਭੈੜਾ ਕੰਮ ਕਰਵਾ ਲਿਆ। ਮੈਂ ਤੁਹਾਨੂੰ ਆਗਿਆ ਦੇਣੀ ਨਹੀਂ ਸੀ, ਕਹਿੰਦਾ ਵੀ ਤੁਸੀਂ ਜਾਓ ਹਮਲਾ ਕਰੋ, ਗੁਰੂ ਤੇਗ ਬਹਾਦਰ ਦਾ ਡੇਰਾ ਲੁੱਟੋ। ਅਤੇ ਹੁਣ ਕੀ ਹੋਇਆ, ਮੇਰਾ ਜਿਹੜਾ ਪਹਿਲਾਂ ਮਾੜਾ ਮੋਟਾ ਜਸ ਬਣਿਆ ਸੀ ਉਹ ਵੀ ਜਾਂਦਾ ਲੱਗਾ। ਕਹਿੰਦਾ ਅਬ ਤੂੰ ਵਸਤ ਸੰਭਾਰਨ ਕਰੀਆ, ਰਹੀ ਗਈ ਕੀ ਸੋਝੀ ਧਰੀਆ। ਕਹਿੰਦਾ ਸੀਹੇ ਨੂੰ ਕਹਿ ਰਿਹਾ ਧੀਰਮਲ, ਹੁਣ ਤੇਰੀ ਜ਼ਿੰਮੇਵਾਰੀ, ਜੋ ਵੀ ਸਮਾਨ ਆਈ ਜਾ ਰਿਹਾ ਅਤੇ ਉੱਧਰੋਂ ਮੱਖਣ ਸ਼ਾਹ ਦੇ ਬੰਦੇ ਲੈ ਕੇ ਆ ਰਹੇ ਨੇ, ਸਾਰਾ ਸੰਭਾਲ ਲਾ। ਰਹਿ ਗਿਆ ਅਤੇ ਚਲੇ ਗਿਆ, ਰਹਿ ਗਿਆ, ਉਹ ਤੇਰੀ ਸਾਰੀ ਜ਼ਿੰਮੇਵਾਰੀ। ਵੀ ਮੇਰਾ ਨਹੀਂ ਕਹਿੰਦਾ ਦਿਮਾਗ ਕੰਮ ਕਰਦਾ, ਹੁਣ ਮੈਂ ਬਹੁਤ ਪਰੇਸ਼ਾਨੀ 'ਚ ਹਾਂ। ਸਭ ਕੇ ਭਾਰ ਲਿਹੋ ਬੰਦਵਾਏ, ਡੇਰਾ ਤਿਆਰ ਕਰੋ ਸਮੁਦਾਇ। ਅਤੇ ਹੁਣ ਤੋਂ ਹੀ ਤਿਆਰੀ ਕਰ ਲਓ। ਸੋ ਪਹਿਲੇ ਪੁਰਾਤਨ ਸਮੇਂ 'ਚ ਇਵੇਂ ਹੁੰਦਾ ਸੀਗਾ ਵੀ ਜੇ ਸਵੇਰੇ ਸਵੇਰੇ ਤੁਰਨਾ ਤਾਂ ਰਾਤ ਨੂੰ ਤਿਆਰੀ ਕਰਨੀ। ਕਦ ਕਰਕੇ ਸਵੇਰੇ ਬਸ ਉੱਠੋ, ਉੱਠ ਕੇ ਤਾਂ ਤੁਰ ਪਾਓ। ਜੇ ਸਵੇਰੇ ਤਿਆਰ ਹੋਣਾ, ਹੁਣ ਵੀ ਇੱਦਾਂ ਹੀ ਹੈ। ਜੇ ਬਹੁਤ ਸਵੇਰੇ ਜਾਣਾ ਤਾਂ ਸਵੇਰੇ ਸਾਰੀ ਤਿਆਰੀ ਕਰਨੀ ਤਾਂ ਆਪਾਂ ਸਵੇਰੇ ਨਹੀਂ ਨਿਕਲ ਸਕਦੇ। ਜੇ ਸਵੇਰੇ ਸਵੇਰੇ ਨਿਕਲਣਾ ਹੈ ਤਾਂ ਫਿਰ ਰਾਤ ਨੂੰ ਤਿਆਰੀ ਕਰਨੀ ਪੈਂਦੀ ਹੈ। ਧੀਰਮਲ ਨੇ ਮਸੰਦਾਂ ਨੂੰ ਕਹਿ ਦਿੱਤਾ ਵੀ ਸਾਰੀ ਤਿਆਰੀ ਰਾਤ ਹੀ ਕਰ ਲਓ, ਕਿਉਂਕਿ ਆਪਾਂ ਮੂੰਹ ਨੇਰੇ ਤੁਰ ਪੈਣਾ ਵੀ ਸਾਨੂੰ ਲੋਕ ਦੇਖਣ ਵੇ ਨਾ। ਜਿਹੜਾ ਇੰਨਾ ਇਹ ਸ਼ਰਮ ਇੰਨੀ ਮਹਿਸੂਸ ਕਰਦਾ ਪਿਆ ਸੀ ਧੀਰਮਲ। ਫਿਰ ਵੀ ਗੁਰੂ ਸਾਹਿਬ ਜੀ ਦੀ ਅੰਸ਼ ਬੰਸ਼ ਹੈ, ਇਹਨੇ ਸੀਹੇ ਨੂੰ ਰੋਕਿਆ ਸੀ। ਕਹਿੰਦਾ ਮੇਰੇ ਮਨ ਨੂੰ ਹੌਲ ਪੈਂਦੇ ਆ, ਤੂੰ ਨਾ ਜਾ। ਕਹਿੰਦਾ ਉੱਥੇ ਜਾ ਕੇ ਡੇਰਾ ਲੁੱਟਣਾ, ਫਿਰ ਤੂੰ ਕਹਿੰਦਾ ਮੈਂ ਗੋਲੀ ਮਾਰ ਕੇ ਤੇਗ ਬਹਾਦਰ ਨੂੰ ਮਾਰ ਦੇਣਾ। ਕਹਿੰਦਾ ਮੈਨੂੰ ਨਹੀਂ ਇਹ ਗੱਲ, ਮੇਰੇ ਅੰਦਰੋਂ ਨਹੀਂ ਮੇਰਾ ਮਨ ਮੰਨਦਾ। ਅਤੇ ਉਹਦਾ ਜਿਹੜਾ ਸੀਹਾ ਮੰਨਿਆ ਨਹੀਂ ਸੀ। ਉਹੀ ਗੱਲ ਹੁਣ ਧੀਰਮਲ ਨੂੰ ਕਹਿ ਰਿਹਾ। ਕਹਿੰਦਾ ਤੂੰ ਗਲਤੀ ਕੀਤੀ ਬਹੁਤ ਜ਼ਿਆਦਾ। ਆਪਣੇ ਨਗਰ ਵਿਖੈ ਨਿਤ ਰਹੈਂ, ਜੈ ਸਭ ਬਿਦਕੀ ਕੀਰਤ ਲਹੈ। ਮੈਂ ਤਾਂ ਆਪਣਾ ਨਗਰ ਕਰਤਾਰਪੁਰ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਗਰ ਵਸਾਇਆ ਸੀ ਕਰਤਾਰਪੁਰ। ਵੀ ਵੱਡਿਆਂ ਦਾ ਨਗਰ ਵਸਾਇਆ ਹੋਇਆ, ਉੱਥੇ ਬੜੀ ਸ਼ਾਂਤੀ ਦੇ ਨਾਲ ਮੈਂ ਰਹਿ ਰਿਹਾ ਸੀਗਾ। ਮੈਨੂੰ ਆਉਣਾ ਹੀ ਨਹੀਂ ਸੀ ਚਾਹੀਦਾ, ਮੈਂ ਬਹੁਤ ਗਲਤੀ ਕੀਤੀ। ਬਸ ਉੱਥੇ ਹੀ ਹੁਣ ਮੈਂ ਰਹਾਂਗਾ, ਮੈਂ ਹੁਣ ਨਹੀਂ ਤੇਰੇ ਪਿੱਛੇ ਲੱਗਦਾ। ਕਹਿੰਦਾ ਉੱਥੇ ਹਰ ਇੱਕ ਪ੍ਰਕਾਰ ਦਾ ਉੱਥੇ ਜਸ ਮਿਲਦਾ, ਸਭ ਕੁਝ ਮਿਲਦਾ ਉੱਥੇ। ਕਹਿੰਦਾ ਰਹਿ ਜੋ ਗ੍ਰਾਮ ਬਕਾਲੇ ਠੌਰਾ, ਸਰਬ ਸ਼ਰੀਕਨ ਮੈਂ ਪਾਹੋਰਾ। ਜੇ ਮੈਂ ਇੱਥੇ ਬਕਾਲੇ ਵਿੱਚ ਨਾ ਆਉਂਦਾ ਤਾਂ ਮੇਰੀ ਇਹ ਦਸ਼ਾ ਨਹੀਂ ਸੀ ਹੋਣੀ। ਅਤੇ ਹੁਣ ਜੇ ਮੈਂ ਬਕਾਲੇ ਰਹਿ ਗਿਆ ਨਾ ਅਤੇ ਫਿਰ ਮੈਂ ਸ਼ਰੀਕਾਂ ਦੇ ਵਿੱਚ ਹੋਰ ਹੌਲਾ ਹੋ ਜਾਣਾ। ਇਸ ਕਰਕੇ ਹੁਣ ਮੈਂ ਬਕਾਲੇ ਵਿੱਚ ਨਹੀਂ ਰਹਾਂਗਾ। ਚਾਹਨ ਆਏ ਅਧਿਕ ਵਡਿਆਈ, ਭਈ ਪ੍ਰਥਮ ਹੀ ਤੇ ਲਗੁਤਾਈ। ਚੰਗਾ ਕਹਿੰਦਾ ਵਡਿਆਈ ਪਾਉਣ ਆਏ ਸੀ, ਅੱਗੇ ਨਾਲੋਂ ਵੀ ਵਡਿਆਈ ਘਟ ਗਈ। ਕਾਹਦਾ ਮਾਣ ਕਰਾਉਣ ਆਏ ਸੀ, ਅਪਮਾਨ ਹੋ ਗਿਆ। ਕਹਿੰਦਾ ਇਸ ਪ੍ਰਕਾਰ ਕੋ ਮਤ ਸੁਣ ਕੈ, ਰਿਓ ਮਸੰਦ ਮੌਨ ਤਾ ਧਰ ਕੈ। ਜਦੋਂ ਧੀਰਮਲ ਨੇ ਖਰੀਆਂ ਖਰੀਆਂ ਸੁਣਾਈਆਂ ਸੀਹੇ ਨੂੰ, ਸੀਹਾ ਚੁੱਪ ਹੀ ਕਰ ਗਿਆ। ਫਿਰ ਕਿਸੇ ਵੀ ਗੱਲ ਦਾ ਉੱਤਰ ਨਹੀਂ ਦਿੱਤਾ ਧੀਰਮਲ ਦੀ ਦਾ। ਧੀਰਮਲ ਤੇ ਸੁਨ ਭ੍ਰਿਤ ਸਾਰੇ, ਵਸਤ ਸਹਿਤ ਡੋਰੇ ਕੀਏ ਤਿਆਰੇ। ਫਿਰ ਧੀਰਮਲ ਤੋਂ ਮਸੰਦਾਂ ਨੇ ਸਾਰੇ ਹੋਰ ਜਿਹੜੇ ਇਹਦੇ ਸੇਵਕ ਸੀ ਆਗਿਆ ਪਾ ਕੇ ਫਿਰ ਸਾਰੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਜਾਗਰਤ ਰਹਿ ਨੀਂਦ ਨ ਆਈ, ਬੰਦੇ ਭਾਰ ਧਰੇ ਇੱਕ ਥਾਈ। ਨੀਂਦ ਕਿੱਥੋਂ ਪੈਣੀ ਸੀ, ਕਿਉਂਕਿ ਸਮਾਨ ਤਾਂ ਰਾਤ ਨੂੰ ਮੋੜਿਆ ਗਿਆ ਨਾ।
ਸਮਾਨ ਮੁੜਦਿਆਂ ਵਾਹਵਾ ਟਾਈਮ ਹੋ ਗਿਆ, ਅਤੇ ਉੱਧਰੋਂ ਹਾਲਾਤ ਬੜੇ ਖਰਾਬ ਜਿਹੇ ਬਣੇ। ਉਹ ਧੀਰਮਲ ਬੜਾ ਅਪਸੈਟ ਹੋਇਆ ਪਿਆ। ਨੀਂਦ ਕਿਹਨੂੰ ਆਉਣੀ ਸੀ? ਧੀਰਮਲ ਮਸੰਦਾਂ ਨੂੰ ਡਾਂਟਦਾ ਪਿਆ। ਮਸੰਦ ਵੀ ਚੁੱਪ ਨੇ। ਮਸੰਦ ਵੀ ਤਾਂ ਅੱਖੀਂ ਵੇਖਦੇ ਪਏ ਨੇ ਵੀ ਗੁਰੂ ਤੇਗ ਬਹਾਦਰ ਜੀ 'ਤੇ ਤਾਂ ਵਡਿਆਈ ਹੋ ਗਈ। ਉਹਨਾਂ ਨੇ ਸਾਰਾ ਸਮਾਨ ਵਾਪਸ ਕਰ ਦਿੱਤਾ। ਸਾਡਾ ਤਾਂ ਕਰਨਾ ਆਪਣਾ ਵੀ ਕਰ ਦਿੱਤਾ ਉਹਨਾਂ ਨੇ, ਵੀ ਇਹ ਤਾਂ ਵਡਿਆਈ ਹੋ ਗਈ ਉਹਨਾਂ ਦੀ। ਅਸੀਂ ਇਹਨਾਂ ਨੂੰ ਨੀਵਾਂ ਦਿਖਾਉਣ ਵਾਸਤੇ ਸਭ ਕੁਛ ਕੀਤਾ, ਅਤੇ ਉਹ ਹੋਰ ਉੱਚੇ ਹੋ ਗਏ। ਮੱਖਣ ਕੇ ਨਰ ਦੇ ਜਾਹੇ, ਲੈ ਭਾਰ ਸਕਲ ਬੰਦਵਾਏ। ਜੋ ਵੀ ਮੱਖਣ ਸ਼ਾਹ ਦੇ ਆਦਮੀਆਂ ਨੇ ਸਮਾਨ ਦਿੱਤਾ ਨਾ, ਉਹਨਾਂ ਦੀਆਂ ਪੰਡਾਂ ਚੰਗੀ ਤਰ੍ਹਾਂ ਉਹਨਾਂ ਨੂੰ ਬੰਨ੍ਹ ਲਿਆ। ਸੋ ਉਹਨਾਂ ਨੂੰ ਸਵਾਰ ਲਿਆ, ਜਾਂ ਸਮਾਨ ਵੀ ਚੈੱਕ ਕੀਤਾ ਹੋਵੇਗਾ, ਪਰ ਦੇਖਦੇ ਸੀ ਵੀ ਨਹੀਂ, ਸਾਰਾ ਸਮਾਨ ਉਹਨਾਂ ਦਾ ਪੂਰਾ ਸੀਗਾ ਜੀ। ਅਰਧ ਰਾਤਰੀ ਲੌ ਰਹਿਓ, ਪੁਨ ਟਿਕ ਰਹੇ ਥਾਨ ਨਿਜ ਲਹਿਓ। ਅੱਧੀ ਰਾਤ ਤਿੱਕਰ ਇਹ ਰੌਲਾ ਪੈਂਦਾ ਰਿਹਾ, ਅਤੇ ਮੱਖਣ ਸ਼ਾਹ ਦੇ ਜਿਹੜੇ ਬੰਦੇ ਸੀ ਉਹ ਸਮਾਨ ਇੱਦਾਂ ਲੈ ਕੇ ਆਉਂਦੇ ਰਹੇ। ਉਸ ਤੋਂ ਬਾਅਦ ਟਿਕਟਕਾ ਹੋ ਗਿਆ, ਅੱਧੀ ਰਾਤ ਨੂੰ ਟਿਕਟਕਾ ਹੋ ਗਿਆ। ਸੋ ਕੁਝ ਸਮਾਂ ਤਾਂ ਰਾਤ ਦਾ ਸਮਾਨ ਮੋੜਨ 'ਤੇ ਨਿਕਲ ਗਿਆ, ਜਾਗਦੇ ਰਹੇ। ਕੁਝ ਸਮਾਂ ਫਿਰ ਹੁਣ ਗੱਲਾਂ ਬਾਤਾਂ ਵਿੱਚ, ਸੋ ਜਿਵੇਂ ਧੀਰਮਲ ਪਰੇਸ਼ਾਨੀ ਵਿੱਚ ਗੱਲਾਂ ਕਰੀ ਜਾਂਦਾ, ਫਿਰ ਥੋੜ੍ਹਾ ਜਿਹਾ ਟਿਕਟਕਾ ਹੋਇਆ ਜਦੋਂ ਅੱਧੀ ਰਾਤ ਹੋਈ ਆ। ਮੱਖਣ ਆਪਣੇ ਜਨ ਸਭ ਲੀਨੇ, ਸਿਵਰ ਜਾਏ ਸਹਿਜਾ ਸੁਖ ਭੀਨੇ। ਮੱਖਣ ਨੇ ਹੁਣ ਆਪਣੇ ਆਦਮੀ ਲੈ, ਇਹਨੇ ਬਕਾਲੇ ਪਿੰਡ ਤੋਂ ਬਾਰ-ਬਾਰ ਆਪਣਾ ਤੰਬੂ ਲਾਇਆ ਹੋਇਆ ਸੀਗਾ, ਉੱਥੇ ਇਹਦਾ ਡੇਰਾ ਸੀਗਾ। ਮੱਖਣ ਨੇ ਆਪਣੇ ਆਦਮੀ ਲਏ ਅਤੇ ਆਪਣੇ ਡੇਰੇ ਇਹ ਆ ਗਿਆ। ਆਪਣੇ ਪਲੰਘ 'ਤੇ ਇਹ ਸੌਣ ਵਾਸਤੇ ਲੰਮਾ ਪੈ ਗਿਆ। ਨਿਜ ਗੁਰ ਕੋ ਬਦਲਾ ਲੈ ਗਇਓ, ਤੌਰ ਦੇ ਮੈਂ ਅਟਪਟ ਭਇਓ। ਗੁਰੂ ਦਾ ਬਦਲਾ ਤਾਂ ਲੈ ਲਿਆ। ਜੋ ਇਹਨਾਂ ਨੇ ਗੁਰੂ ਦੀ ਬੇਅਦਬੀ ਕੀਤੀ ਸੀ ਨਾ, ਉਸੇ ਵਕਤ ਬਦਲਾ ਤਾਂ ਲੈ ਲਿਆ, ਫਿਰ ਵੀ ਮਨ ਨੂੰ ਚੈਨ ਨਹੀਂ ਸੀ ਮੱਖਣ ਸ਼ਾਹ ਜੀ ਦੇ। ਗੁਰ ਸੁਸ਼ੀਲਤਾ ਅਧਿਕ ਵਿਚਾਰਤ, ਅਪਰ ਕੌਣ ਇਮ ਸ਼ਿਮਾ ਸੁਧਾਰਤ। ਗੁਰੂ ਜੀ ਦਾ ਬਹੁਤ ਜ਼ਿਆਦਾ ਸੁਸ਼ੀਲਤਾ ਵਾਲਾ ਸੁਭਾਅ, ਸਰਲ ਸੁਭਾਅ ਹੈ, ਜ਼ਿਆਦਾ ਹੀ ਸਰਲ ਨੇ। ਕਹਿੰਦਾ ਗੁਰੂ ਤੇਗ ਬਹਾਦਰ ਜੀ ਤੋਂ ਬਿਨਾਂ ਹੋਰ ਇੱਦਾਂ ਦਾ ਸ਼ਿਮਾ ਵਾਲਾ ਸੁਭਾਅ ਕਿਹਦਾ ਹੋ ਸਕਦਾ? ਕਹਿੰਦਾ ਨਹੀਂ ਹੋ ਸਕਦਾ। ਤਨਹੁ ਕੀਨ ਧੀਰਗ ਅਪਰਾਧੂ, ਇਹ ਕੈਸੇ ਵਰਤੈ ਵੱਡ ਸਾਧੂ। ਕਿੰਨਾ ਵੱਡਾ ਅਪਰਾਧ ਕੀਤਾ ਧੀਰਮਲ ਦੇ ਬੰਦਿਆਂ ਨੇ। ਦੇਖੋ ਕਿੱਡੇ ਵੱਡੇ ਸਾਧੂ ਨੇ, ਉਹਨਾਂ ਦੇ ਅਪਰਾਧ ਨੂੰ ਮੁਆਫ ਕਰ ਦਿੱਤਾ। ਹਾਲਾਂਕਿ ਕਰਨ ਕਾਰਨ ਸਮਰੱਥ ਨੇ, ਸਭ ਕੁਝ ਕਰ ਸਕਦੇ ਨੇ, ਬਸ ਇੱਕ ਬਚਨ ਕਰਨ ਦੀ ਲੋੜ ਹੈ, ਉਸੇ ਵਕਤ ਬਚਨ ਪੂਰਾ ਹੁੰਦਾ, ਪਰ क्षमा ਕਰ ਦਿੱਤਾ ਇਹਨਾਂ ਨੇ। ਨਿਜ ਧਨ ਵਸਤੂ ਤਿਸ ਕੀ ਦੇਈ, ਨਹੀਂ ਬਿਕਰਤਾ ਬੁੱਧ ਕੀ ਭਈ। ਸੋ ਸਾਰਾ ਸਮਾਨ ਧੀਰਮਲ ਨੂੰ ਵਾਪਸ ਕਰ ਦਿੱਤਾ, ਅਤੇ ਆਪਣੀ ਬੁੱਧ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਵਿਕ੍ਰਿਕਤਾ ਨਹੀਂ ਆਉਣ ਦਿੱਤੀ, ਪਰੇਸ਼ਾਨੀ ਨਹੀਂ ਆਉਣ ਦਿੱਤੀ। ਬੁੱਧ ਦੇ ਵਿੱਚ ਵੀ ਹੁਣ ਸਮਾਨ ਵਾਪਸ ਹੋ ਗਿਆ, ਅਤੇ ਬੁੱਧ ਵਿੱਚ ਚਿੰਤਾ ਹੋ ਜੂਗੀ ਵੀ ਸਾਰਾ ਕੁਝ ਮੋੜਨਾ ਪੈ ਗਿਆ ਨਾ। ਇੱਕ ਰਸ ਦੇ ਵਿੱਚ ਧੀਰਜ ਉਰਮੈ ਇੱਕ ਸਾਰਾ, ਨਹਿ ਕੋਈ ਅਪਰਾਧ ਵਿਚਾਰਾ। ਧੀਰਮਲ ਦਾ ਕੋਈ ਅਪਰਾਧ ਨਹੀਂ ਵਿਚਾਰਿਆ। ਧੀਰਜ ਦੇ ਵਿੱਚ, ਇੱਕ ਰਸ ਦੇ ਵਿੱਚ ਇੱਦਾਂ ਟਿਕੇ ਹੋਏ ਨੇ ਵੀ ਦੇਖੋ ਇਹ ਪੂਰੇ ਗੁਰੂ ਦੀ ਨਿਸ਼ਾਨੀ। ਕਿੱਦਾਂ ਉਹਨਾਂ ਦਾ ਜਿਹੜਾ ਕਰੈਕਟਰ ਆ, ਉਹਨਾਂ ਦਾ ਸੁਭਾਅ ਕਿੱਦਾਂ ਉਗੜ ਕੇ ਸਾਹਮਣੇ ਆ ਰਿਹਾ। ਇਤਿਆਦਿਕ ਗੁਣ ਸਹਿਤ ਵਿਵੇਕ, ਮੱਖਣ ਚਿਤਵਤ ਹਿਰਦੇ ਅਨੇਕ। ਸੋ ਇੰਝ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਵੇਕ ਬੁੱਧ ਦੇ ਮਾਲਕ ਅਤੇ ਗੁਣਾਂ ਦੇ ਭੰਡਾਰ। ਇੱਦਾਂ ਨਾ ਸਾਰੀਆਂ ਗੱਲਾਂ ਉਹਨਾਂ ਦੇ ਬਚਨਾਂ ਨੂੰ ਚਿਤਵਦਾ, ਉਹਨਾਂ ਦੇ ਚਿਹਰੇ ਵੱਲ ਜੋ ਧਿਆਨ ਲਾਉਂਦਾ ਵੀ ਚਿਹਰਾ ਦੇਖੋ ਕਿੱਦਾਂ ਉਹਨਾਂ ਦਾ ਐਨ ਇੱਕ ਰਸ, ਕੋਈ ਫਰਕ ਹੀ ਨਹੀਂ ਪਿਆ ਚਿਹਰੇ 'ਤੇ। ਚਿੱਤ ਵੀ ਨਹੀਂ ਉਹਦੇ ਮਨ ਵਿੱਚ ਇੱਦਾਂ ਦੀ ਆ ਰਹੀ ਹੈ। ਪਿਓ ਨੀਂਦ ਵਸ ਮੁੰਦਰਤ ਨੈਣ, ਨਿਜ ਕਰ ਪਵੜੇ ਗੁਰ ਸੁਖ ਦੈਨ। ਫਿਰ ਨੀਂਦ ਪੈ ਗਈ। ਇੱਦਾਂ ਵਿਚਾਰਦਿਆਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਉਹ ਵੀ ਆਪਣੇ ਆਸਣ 'ਤੇ ਉੱਧਰੋਂ ਬਿਰਾਜਮਾਨ ਹੋਏ। ਆਧੀ ਰਾਤ ਟਰੀ ਜਬ ਆਏ,
ਲੋਕ ਗਏ ਟਿਕ ਨਿਜ ਨਿਜ ਥਾਂ। ਅੱਧੀ ਰਾਤ ਹੋ ਗਈ ਤੇ ਅੱਧੀ ਰਾਤ ਦਾ ਵੀ ਟਿਕ ਟਿਕਾ ਹੋ ਗਿਆ। ਸੋ ਉਸ ਦਿਨ ਬਕਾਲੇ ਦੇ ਪਿੰਡ ਦੇ ਵਿੱਚ ਵੀ ਸਾਰੇ ਲੋਕ ਘਰਾਂ ਦੇ ਵਿੱਚ ਬਹੁਤ ਵੱਡੀ ਦੇਰ ਰਾਤ ਤੱਕ ਜਾਗਦੇ ਰਹੇ ਸੀ, ਕਿਉਂਕਿ ਪਿੰਡ ਦੇ ਵਿੱਚ ਏਡੀ ਵੱਡੀ ਘਟਨਾ ਹੋ ਜਾਵੇ ਤਾਂ ਸੌਂਦਾ ਕੌਣ ਹੈ। ਤੇ ਫਿਰ ਮੱਖਣ ਸ਼ਾਹ ਦੀ ਸਾਰੇ ਸਿਫਤ ਕਰਦੇ ਸੀ। ਮੱਖਣ ਸ਼ਾਹ ਨੇ ਚੰਗਾ ਧੀਰਮਲ ਨੂੰ ਦੰਡ ਦਿੱਤਾ। ਤੇ ਫਿਰ ਉਹ ਸੰਗਤਾਂ ਕਹਿੰਦੇ ਵੀ ਦੇਖੋ ਗੁਰੂ ਤੇਗ ਬਹਾਦਰ ਜੀ ਦਾ ਸੁਭਾਅ ਦੇਖੋ। ਸੰਗਤਾਂ ਨੇ ਜੋ ਉਹਨਾਂ ਨੂੰ ਅਰਪਣ ਕੀਤਾ, ਜੋ ਮੱਖਣ ਸ਼ਾਹ ਨੇ ਇੰਨਾ ਧਨ ਦੀਆਂ ਵੀ ਪੰਡਾਂ, ਕੱਪੜਾ, ਫਿਰ ਹੋਰ ਕਿੰਨਾ ਸਮਾਨ ਸੀਗਾ, ਸਾਰਾ ਕੁਝ ਵਾਪਸ ਕਰ ਦਿੱਤਾ। ਆਪਣੇ ਭਾਂਡੇ ਵੀ ਵਾਪਸ ਕਰ ਦਿੱਤੇ। ਕਹਿੰਦੇ ਕੁਝ ਕਹਿ ਰਹੇ ਸਨ ਵੀ ਧੀਰਮਲ ਨੂੰ ਤਾਂ ਹੋਰ ਦੰਡ ਦੇਣਾ ਚਾਹੀਦਾ ਸੀ, ਪਰ ਗੁਰੂ ਸਾਹਿਬ ਜੀ ਨੇ ਉਹਨੂੰ क्षमा ਹੀ ਕਰ ਦਿੱਤਾ। ਫਿਰ ਕਹਿੰਦੇ ਵੀ ਗੁਰੂ ਸਾਹਿਬ ਹੀ ਕਰ ਸਕਦੇ ਤਾਂ। ਅੱਧੀ ਰਾਤ ਬਕਾਲੇ ਦੇ ਪਿੰਡ ਵਾਲੇ ਘਰ ਦੇ ਵਿੱਚ ਇਹ ਗੱਲਾਂ ਹੋ ਰਹੀਆਂ ਸੀਗੀਆਂ। ਤਦੇ ਕਿਹਾ ਜਦੋਂ ਅੱਧੀ ਰਾਤ ਹੋਈ ਫਿਰ ਟਿਕ ਟਿਕਾ ਹੋ ਗਿਆ ਸਾਰਾ। ਆਦਮ ਸੰਦ ਪਰ ਮੁਖ ਮਾਨਵ, ਧੀਰਮਲ ਸੋ ਕੀਨ ਬਖਾਨਵ। ਤੇ ਫਿਰ ਮਸੰਦਾ ਨੇ ਧੀਰਮਲ ਨੂੰ ਇੰਝ ਕਹਿਣਾ ਕੀਤਾ, ਆਪਣੀ ਵਸਤ ਅਖਲ ਹੀ ਆਈ, ਆਇਓ ਸੰਗ ਦਰਬ ਸਮੁਦਾਇ। ਵੀ ਆਪਣਾ ਸਮਾਨ ਸਾਰਾ ਹੀ ਆ ਗਿਆ, ਦਰਬ ਸਮੁਦਾਇ ਧਨ ਵੀ ਸਾਰਾ ਆ ਗਿਆ, ਸਾਡਾ ਵੀ ਆ ਗਿਆ ਤੇ ਉਹਨਾਂ ਦਾ ਵੀ ਆ ਗਿਆ, ਗੁਰੂ ਤੇਗ ਬਹਾਦਰ ਦਾ ਵੀ ਆ ਗਿਆ। ਉਹ ਕਿੱਥੇ ਗੁਰੂ ਕਹਿੰਦੇ ਹੋਣੇ, ਤਾਂ ਸਿੱਧਾ ਨਾਂ ਲੈਂਦੇ ਸੀ ਜੀ। ਸ਼੍ਰੀ ਗ੍ਰੰਥ ਸਾਹਿਬ ਜੀ ਮਹਾਂ, ਸੋ ਨਹਿ ਦੀਨ ਸਰਾਖਿਓ ਤਹਾਂ। ਹੁਣ ਇਸ ਗੱਲ ਦਾ ਧੀਰਮਲ ਨੂੰ ਬਹੁਤ ਦੁੱਖ ਲੱਗਾ। ਜਦੋਂ ਮਸੰਦਾਂ ਨੇ ਦੱਸਿਆ ਨਾ ਵੀ ਗ੍ਰੰਥ ਸਾਹਿਬ ਨਹੀਂ ਆਏ ਜੀ, ਉਹ ਰੱਖ ਲੈ, ਉਹ ਨਹੀਂ ਦਿੱਤੇ। ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਾਂ ਕਿਸੇ ਨੂੰ ਦਿੰਦਾ ਹੀ ਨਹੀਂ ਸੀ ਇਹ ਧੀਰਮਲ। ਤੇ ਜਦੋਂ ਇੰਨੀ ਗੱਲ ਧੀਰਮਲ ਨੇ ਸੁਣੀ, ਜਿਸ ਕੈ ਸਮ ਦੂਸਰ ਕੋ ਨਾਹੀ, ਵਸਤ ਅਮੋਲਕ ਤੁਮਰੇ ਪਾਹੀ। ਉਹ ਤਾਂ ਸੋਨਾ ਹੀ ਹੋ ਗਿਆ ਧੀਰਮਲ ਤਾਂ। ਫਿਰ ਮਸੰਦ ਬੋਲੀ ਜਾ ਰਹੇ, ਇਹ ਤਾਂ ਬੜੀ ਅਮੋਲਕ ਵਸਤੂ ਸੀ ਗੁਰੂ ਗ੍ਰੰਥ ਸਾਹਿਬ। ਸੋ ਉਹਨੇ ਵੀ ਤਾਂ ਜ਼ਰੀਆ ਬਣਾਇਆ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਨੂੰ, ਮਾਇਆ ਆਉਣ ਦਾ ਜ਼ਰੀਆ। ਤਦੇ ਕਹਿੰਦਾ ਵਸਤ ਅਮੋਲਕ, ਗੁਰੂ ਗ੍ਰੰਥ ਸਾਹਿਬ ਇੱਕ ਵਸਤੂ। ਸੋ ਗੁਰੂ ਗ੍ਰੰਥ ਸਾਹਿਬ ਗੁਰ ਪਰਮੇਸ਼ਰ ਹੈ, ਇਹ ਗੁਰ ਪਰਮੇਸ਼ਰ ਹੈ। ਕਹਿੰਦਾ ਵਸਤੂ, ਉਹ ਮਸੰਦ ਕਹਿ ਰਹੇ ਨੇ, ਕਹਿੰਦੇ ਬੜੀ ਅਮੋਲਕ ਵਸਤੂ ਸੀ ਜੀ ਉਹ ਤਾਂ ਤੁਹਾਡੇ ਕੋਲ। ਜਿਸ ਕੋ ਤਜਨੋ ਨ ਬਨਿਆਏ, ਜੋ ਵੱਡਿਆਨ ਕੇ ਹੱਥਨ ਕਾਏ। ਉਹਨੂੰ ਤਾਂ ਨਹੀਂ ਛੱਡਿਆ ਜਾ ਸਕਦਾ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਆਉਣੀ, ਉਹ ਤਾਂ ਵੱਡਿਆਂ ਦੇ ਹੱਥਾਂ ਦੀ ਨਿਸ਼ਾਨੀ ਹੈ। ਧੰਨ ਗੁਰੂ ਤੇਗ ਬਹਾਦਰ ਜੀ ਦੇ ਨਾਲ ਵੈਰ ਜਿਹੜੀ ਹੱਥਾਂ ਦੀ ਨਿਸ਼ਾਨੀ ਹੈ, ਤੇ ਉਹਨੂੰ ਕਹਿੰਦੇ ਵੀ ਸਾਨੂੰ ਮਿਲਣੀ ਚਾਹੀਦੀ। ਆਪ ਸਾਕਸ਼ਾਤ ਗੁਰ ਪਰਮੇਸ਼ਰ ਬੈਠੇ ਨੇ, ਉਹਨਾਂ ਦੇ ਨਾਲ ਵੈਰ ਕਰਦੇ ਨੇ। ਸੰਗਤ ਸਗਰੀ ਜੇ ਵੱਡ ਮਾਨੈ, ਦਰਸ਼ਨ ਕਰੈ ਕਿਰਤਾਰਥ ਜਾਨੈ। ਸੋ ਉਹ ਗੁਰੂ ਗ੍ਰੰਥ ਸਾਹਿਬ ਕਰਕੇ ਹੀ ਆਪਣੀ ਮਾਨਤਾ ਸੀ। ਜਦੋਂ ਪਤਾ ਲੱਗਦਾ ਸੀ ਨਾ ਗੁਰੂ ਅਰਜਨ ਦੇਵ ਜੀ ਦੇ ਹੱਥਾਂ ਦੀ ਬੀੜ ਜਿਹੜੀ ਹੈ ਉਹ ਧੀਰਮਲ ਦੇ ਕੋਲ ਹੈ, ਤੁਹਾਡੇ ਪਾਸ ਹੈ, ਫਿਰ ਸੰਗਤਾਂ ਸਾਰੀਆਂ ਤਕਰੀਬਨ ਤੁਹਾਡੇ ਕੋਲ ਆਉਂਦੀਆਂ ਸੀ। ਅਤੇ ਉਹ ਬੀੜ ਕਰਕੇ ਹੀ ਪੂਜਾ ਜਿਹੜੀ ਆ ਉਹ ਜ਼ਿਆਦਾ ਹੁੰਦੀ ਸੀ। ਜਿਉਂ ਕਿਉਂ ਦੇਵ ਤੇ ਅਨਵਾਹੋ, ਤਿਸ ਬਹੀਨ ਕਿਮ ਘਰ ਕੋ ਜਾਵੋ। ਹੁਣ ਫੈਸਲਾ ਦਿੰਦੇ ਜਿਹੜੇ ਮਸੰਦ ਨੇ ਧੀਰਮਲ ਨੂੰ, ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤੋਂ ਬਿਨਾਂ ਘਰ ਨਹੀਂ ਜਾਣਾ ਆਪਾਂ। ਬਸ ਜਿੱਦਾਂ ਵੀ ਕਿੱਦਾਂ ਝੂਠ ਸੱਚ ਬੋਲ ਕੇ ਉਹ ਬੀੜ ਲੈ ਆਈਏ, ਅਤੇ ਉਸ ਤੋਂ ਬਿਨਾਂ ਕਿੱਦਾਂ ਘਰ ਚਲ ਜਾਈਏ। ਐਸੀ ਵਸਤ ਹਾਥ ਨ ਆਵੈ, ਸਭਿਨ ਵਿਖੇ ਮਹੱਤਤਾ ਪਾਵੈ। ਉਹ ਸਾਰਿਆਂ ਵਿੱਚੋਂ ਹੀ ਵੱਡੀ ਵਸਤੂ ਹੈ, ਕਹਿੰਦੇ ਮਹੱਤਤਾ, ਉਹਦੀ ਮਹੱਤਤਾ ਜ਼ਿਆਦਾ ਹੈ। ਧਨ ਦੌਲਤ ਤਾਂ ਉਹਦੇ ਸਾਹਮਣੇ ਕੁਝ ਵੀ ਨਹੀਂ। ਇੱਦਾਂ ਦੀ ਵਸਤੂ ਹੁਣ ਫਿਰ ਕਿੱਥੋਂ ਹੱਥ ਆਊਗੀ, ਅਤੇ ਉਹ ਜ਼ਰੂਰੀ ਹੈ। ਸੁਣ ਕੈ ਧੀਰਮਲ ਅਨੁਖਾਇਓ, ਮਮ ਘਰ ਤੇ ਤੁਮ ਨੈ ਗੋਵਾਇ। ਧੀਰਮਲ ਨੂੰ ਹੋਰ ਗੁੱਸਾ ਚੜ੍ਹ ਗਿਆ। ਫਿਰ ਸਿੱਧਾ ਮਸੰਦਾਂ ਨੂੰ ਸਾਰਿਆਂ ਨੂੰ ਕਹਿਣ ਲੱਗਾ, ਕਹਿੰਦਾ ਬੀੜ ਸਾਹਿਬ ਨੂੰ ਬੜਾ ਸੰਭਾਲ ਕੇ ਰੱਖਿਆ ਸੀ, ਪਰ ਮੇਰੇ ਘਰ ਦੇ ਵਿੱਚੋਂ ਤੁਹਾਡੀ ਮੂਰਖਤਾ ਕਰਕੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਬੀੜ ਮੇਰੇ ਘਰ 'ਚੋਂ ਚਲੀ ਗਈ। ਮਮ ਘਰ ਕਿਮ ਆਵੈ ਜੇ ਗਇਓ, ਰਿਪ ਬਲਵਾਨ ਪਾਸ ਜੇ ਥਿਓ। ਹੁਣ ਕਿੱਦਾਂ ਸੋ ਮੇਰੇ ਘਰ ਵਾਪਸ ਆ ਜਾਓ ਗੁਰੂ ਗ੍ਰੰਥ ਸਾਹਿਬ, ਕਿਉਂਕਿ ਦੁਸ਼ਮਣ ਜਿਹੜਾ ਲੈ ਕੇ ਗਿਆ, ਮੱਖਣ ਸ਼ਾਹ ਦੀ ਗੱਲ ਕਰਦਾ ਨਾ, ਉਹ ਬਲਵਾਨ ਹੈ।
ਉਹ ਸਾਡੇ ਨਾਲੋਂ ਕਿਤੇ ਜ਼ਿਆਦਾ ਬਲਵਾਨ ਹੈ, ਆਪਾਂ ਤਾਂ ਲੈ ਹੀ ਨਹੀਂ ਸਕਦੇ। ਲਰਬੇ ਤੇ ਹਮ ਹਾਥ ਨ ਆਵੈ, ਜਾਚਨ ਤਿਨ ਤੇ ਕਿਮ ਬਾਨੇ ਆਵੈ। ਲੜਨ ਦੇ ਨਾਲ ਨਹੀਂ ਸਾਡੇ ਹੱਥ ਆ ਸਕਦੀ, ਕਿਉਂਕਿ ਅਸੀਂ ਉਸ ਦੇ ਨਾਲ ਯੁੱਧ ਨਹੀਂ ਕਰ ਸਕਦੇ। ਤੇ ਮੰਗੀਏ ਕਿਵੇਂ, ਕਿਹੜੇ ਮੂੰਹ ਦੇ ਨਾਲ ਹੁਣ ਮੰਗੀਏ? ਧੀਰਮਲ ਕਹਿੰਦਾ, ਮਾਰਨ ਮਰਨ ਬੈਰ ਪਰ ਗਇਓ, ਤੁਮਰੇ ਪ੍ਰੇਰੇ ਮੈਂ ਕਰ ਲਿਓ। ਮਾਰਨ ਮਰਨ ਵਾਲੀਆਂ ਤਾਂ ਗੱਲਾਂ ਹੋ ਗਈਆਂ, ਗੋਲੀਆਂ ਚੱਲ ਗਈਆਂ, ਬੈਰ ਪੈ ਗਿਆ, ਤੇਰੀ ਪ੍ਰੇਰਨਾ ਕਰਕੇ ਮੈਂ ਸਭ ਕੁਝ ਇਹ ਕਰ ਲਿਆ। ਧੀਰਮਲ ਸਿੰਹੇ ਨੂੰ ਕਹਿ ਰਿਹਾ, ਸਾਰੇ ਮਸੰਦਾਂ ਨੂੰ, ਵੀ ਤੁਹਾਡੇ ਕਰਕੇ ਮੈਂ ਬੈਰ ਪਵਾ ਲਿਆ। ਮੰਗੇ ਨਹੀਂ ਸਕਦੇ। ਜੇ ਆ ਮਰਨ ਮਰਾਉਣ ਵਾਲੀਆਂ ਗੱਲਾਂ ਤੁਸੀਂ ਨਾ ਕਰਦੇ ਨਾ, ਗੋਲੀਆਂ ਨਾ ਚਲਾਉਂਦੇ, ਤੇ ਹੋ ਸਕਦਾ ਫਿਰ ਮੰਗ ਵੀ ਲੈਂਦੇ। ਪਰ ਹੁਣ ਤਾਂ ਗੱਲ ਹੀ ਨਹੀਂ ਰਹਿ ਗਈ ਮੰਗਣ ਵਾਲੀ। ਤਾਂ ਆਏ ਗ੍ਰੰਥ ਸਾਹਿਬ ਹਮ ਪਾਹੀ, ਅਸ ਅਪਾਏ ਕੋ ਪਈਅਤ ਨਾਹੀ। ਵੀ ਗ੍ਰੰਥ ਸਾਹਿਬ ਦੀ ਪਾਵਨ ਬੀੜ ਸਾਨੂੰ ਪ੍ਰਾਪਤ ਹੋ ਜਾਵੇ, ਮੈਨੂੰ ਨਹੀਂ ਕੋਈ ਉਪਾਅ ਸੁਝਦਾ। ਕਹਿੰਦਾ ਹੈ ਨਹੀਂ ਕੋਈ ਉਪਾਅ ਹੁਣ। ਵਸਤ ਦਰਬ ਇਹ ਸਭ ਕਰ ਆਏ, ਕਹੋ ਗ੍ਰੰਥ ਸਾਹਿਬ ਕਿਤ ਪਾਏ। ਹੁਣ ਸਾਰਾ ਕੁਝ ਬਾਕੀ ਆ ਗਿਆ, ਤੁਸੀਂ ਦੱਸੋ ਹੁਣ ਕਿਵੇਂ ਪ੍ਰਾਪਤ ਕਰੀਏ? ਉਹਨਾਂ ਤਾਂ ਬੜੀਆਂ ਸਲਾਹਾਂ ਦਿੰਦੇ ਸੀ। ਕਹਿੰਦਾ ਧੀਰਮਲ ਕਹਿ ਰਹੇ, ਇਹ ਜੋ ਕਾਜ ਬੁਰੂ ਬਹੁ ਪਇਓ, ਜਿਸ ਕੋ ਨਾ ਉਪਾਏ ਕਿਛ ਥਿਓ। ਇਹ ਤਾਂ ਬਹੁਤ ਬੁਰਾ ਹੋ ਗਿਆ। ਧੀਰਮਲ ਨੂੰ ਹੁਣ ਜ਼ਿਆਦਾ ਸੱਟ ਵੱਜੀ ਆ। ਪਹਿਲੋਂ ਤਾਂ ਲੱਜਤ ਸੀਗਾ, ਪਰ ਹੁਣ ਤਾਂ ਉਹ ਬਹੁਤ ਜ਼ਿਆਦਾ ਉਹਦੀ ਮੰਦੀ ਹਾਲਤ। ਕਹਿੰਦਾ ਕੋਈ ਉਪਾਅ ਨਹੀਂ ਮੈਨੂੰ ਹੁਣ ਸੁਝਦਾ ਪਿਆ ਵੀ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਾਨੂੰ ਪ੍ਰਾਪਤ ਹੋਵੇ। ਜੇਕਰ ਬੈਠ ਰਹੋ ਇਸ ਥਾਨ, ਤਉ ਨ ਸੋ ਦੇਹੈ ਮੁਝਿਆਨ। ਤੁਸੀਂ ਕਹਿੰਦੇ ਨਾ ਵੀ ਗ੍ਰੰਥ ਸਾਹਿਬ ਤੋਂ ਬਿਨਾਂ ਅਸੀਂ ਜਾਣਾ ਨਹੀਂ, ਵੀ ਜੇ ਇੱਥੇ ਬੈਠ ਜਾਂਦੇ ਹਾਂ ਵੀ ਕੀ ਗਰੰਟੀ ਹੈ ਵੀ ਸਾਨੂੰ ਦੇ ਦੇਣਗੇ? ਜੇ ਉਹਨਾਂ ਨੇ ਦੇਣਾ ਹੁੰਦਾ ਤਾਂ ਇੱਦਾਂ ਨਾਲ ਹੀ ਭੇਜ ਦੇਣਾ ਸੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ। ਕਹਿੰਦਾ ਕੋਈ ਗਰੰਟੀ ਨਹੀਂ ਵੀ ਇੱਥੇ ਬਹਿਣ ਨਾ ਸਾਨੂੰ ਮਿਲ ਜਾਓ। ਸ਼੍ਰੀ ਗੁਰੂ ਅਰਜਨ ਜੀ ਇਹ ਕੀਨਾ, ਹਮ ਹੇ ਗੁਰੂ ਹਰ ਗੋਬਿੰਦ ਦੀਨਾ। ਵੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਇਸ ਬੀੜ ਦੀ ਰਚਨਾ ਕੀਤੀ ਅਤੇ ਸਾਨੂੰ ਇਸ ਦੀ ਸੇਵਾ ਦਿੱਤੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਉਹਨਾਂ ਨੇ ਸਾਨੂੰ ਸੇਵਾ ਦਿੱਤੀ ਸੀ ਇਹਦੀ। ਧੀਰਮਲ ਕਹਿ ਰਿਹਾ, ਉਨਕੇ ਹਮਰੇ ਹੈ ਸੋ ਵਡੇਰੇ, ਦਾਵਾ ਕਰ ਬੈਠੇ ਤਿਸ ਵੇਰੇ। ਅਤੇ ਹੁਣ ਜਿਹੜੀ ਜਿੱਥੇ ਇਹ ਬੀੜ ਗਈ ਹੈ ਉਹ ਤਾਂ ਮੇਰੇ ਤੋਂ ਵੱਡੇ ਆ, ਵੀ ਮੈਂ ਪੋਤਾ ਆ, ਉਹ ਬੇਟੇ ਨੇ ਉਹਨਾਂ ਦੇ ਗੁਰੂ ਹਰਗੋਬਿੰਦ ਸਾਹਿਬ ਦੇ, ਉਹਨਾਂ ਦਾ ਦਾਵਾ ਜ਼ਿਆਦਾ ਬਣਦਾ। ਕਹਿੰਦਾ ਅਗਰ ਉਹ ਦਾਵਾ ਕਰਕੇ ਉਹਨੇ ਗ੍ਰੰਥ ਸਾਹਿਬ ਦੀ ਬੀੜ ਰੱਖ ਲਈ ਤਾਂ ਫਿਰ ਅਸੀਂ ਲੈ ਨਹੀਂ ਸਕਦੇ, ਕਿਉਂ? ਜਿਹੜਾ ਦਾਵਾ ਮੈਂ ਕਰਦਾ ਉਹ ਦਾਵਾ ਉਹਨਾਂ ਦਾ ਜ਼ਿਆਦਾ ਵੱਡਾ ਹੈ। ਮੈਂ ਸੋ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ ਆ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੇਟੇ ਹਨ। ਕਹਿੰਦਾ ਇਸ ਕਰਕੇ ਇਸ ਪੱਖੋਂ ਉਹਨਾਂ ਦਾ ਦਾਵਾ ਜ਼ਿਆਦਾ ਵੱਡਾ ਹੈ। ਜੇ ਗੁਰੂ ਤੇਗ ਬਹਾਦਰ ਦੇ, ਨੈ ਲਾਲਚ ਕਰ ਆਪ ਸੁਲੇ। ਹਾਂ, ਅਗਰ ਗੁਰੂ ਤੇਗ ਬਹਾਦਰ ਜੀ ਚਾਹੁਣ ਹੈ ਨਾ, ਲਾਲਚ ਨਾ ਕਰਨ ਇਸ ਬੀੜ ਦਾ, ਇਹਨਾਂ ਦਾ ਮਨ ਲਾਲਚੀ ਹੋਵੇਗਾ। ਇਹ ਤਾਂ ਤਦੇ ਹੀ ਕਹਿ ਰਹੇ ਨੇ ਵੀ ਜੇ ਬੀੜ ਸਾਡੇ ਕੋਲ ਨਾ ਆਈ ਤਾਂ ਲੋਕਾਂ ਨੇ ਸਾਡੇ ਕੋਲ ਆਉਣਾ ਨਹੀਂ। ਇਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਰਕੇ ਸਾਡੇ ਕੋਲ ਇੰਨਾ ਧਨ ਆ ਰਿਹਾ, ਇੰਨਾ ਕੁਝ ਆ ਰਿਹਾ, ਸਾਰੇ ਦਰਸ਼ਨ ਕਰਨ ਆਉਂਦੇ ਨੇ। ਇਹਨਾਂ ਦੇ ਮਨਾਂ 'ਚ ਲਾਲਚ ਆ, ਤਦੇ ਲਾਲਚ ਸ਼ਬਦ ਵਰਤਿਆ ਧੀਰਮਲ ਨੇ। ਕਹਿੰਦਾ ਵੀ ਉਹ ਲਾਲਚ ਨਾ ਕਰਨ ਹੁਣ ਮਾਇਆ ਦਾ, ਫੇਰ ਦੇ ਸਕਦੇ ਆ, ਅਗਰ ਉਹਨਾਂ ਦੇ ਮਨ ਵਿੱਚ ਲਾਲਚ ਨਹੀਂ ਹੋਵੇਗਾ। ਤਾਂ ਹਮਰੇ ਕਰ ਆਵੈ ਸੋਏ, ਅਪਰ ਉਪਾਏ ਚਲ ਹੈ ਨਾ ਕੋਈ। ਭਾਵ ਉਹ ਆਪ ਦੇ ਦੇਣ ਫੇਰ ਮਿਲੂ, ਹੋਰ ਸਾਡੇ ਕੋਲ ਉਪਾਅ ਨਹੀਂ, ਕੋਈ ਉਪਾਅ ਨਹੀਂ ਆ ਹੋਰ। ਕਹਿੰਦਾ ਤਉ ਨ ਮੇਰੋ ਹੋਵੈ ਰਹਿਨੂ, ਮਹਾ ਕਸ਼ਟ ਇਹ ਜਾਏ ਨ ਸਹਿਨੂ। ਫਿਰ ਵੀ ਮੈਂ ਗ੍ਰੰਥ ਸਾਹਿਬ ਕਰਕੇ ਇੱਥੇ ਬਕਾਲੇ ਵਿੱਚ ਬੈਠਾ ਰਹਾਂ। ਕਹਿੰਦਾ ਮੈਂ ਨਹੀਂ ਬੈਠ ਸਕਦਾ, ਬੜਾ ਕਸ਼ਟ ਹੋ ਰਿਹਾ। ਇੱਥੋਂ ਦੀ ਧਰਤੀ ਹੁਣ ਮੈਨੂੰ ਚੁੱਭਦੀ ਹੈ, ਇੱਥੋਂ ਦੇ ਲੋਕ ਮੈਨੂੰ ਹੁਣ ਚੁੱਭਦੇ ਨੇ। ਕਹਿੰਦਾ ਬੜੀ ਬੇਇੱਜ਼ਤੀ ਮੇਰੀ ਕਹਿੰਦਾ ਹੋ ਗਈ ਆ, ਹੁਣ ਮੈਂ ਸਹਿ ਨਹੀਂ ਸਕਦਾ। ਪੂਰ ਹੋਤ ਤੇ ਪ੍ਰਥਮ ਸਿਧਾਮ, ਸ਼੍ਰੀ ਕਰਤਾਰਪੁਰੇ ਮੈਂ ਜਾਵਾਂ। ਬਸ ਪੋਹ ਫਟਾਲਾ ਹੁੰਦਿਆਂ ਸਾਰੇ ਹੀ ਆਪਾਂ ਤੁਰਨਾ ਹੀ ਤੁਰਨਾ, ਆਪਣਾ ਨਗਰ ਆਪਣੇ ਗ੍ਰਾਂ ਉੱਥੇ ਹੁਣ ਚੱਲ ਜਾਣਾ ਸਵੇਰੇ। ਸ਼੍ਰੀ ਗੁਰੂ ਨਾਨਕ ਆਦਿ ਮਹਾਨੇ, ਸ਼੍ਰੀ ਹਰਿ ਰਾਏ ਤੀਕ ਜਗ ਮਾਨੇ। ਹਾਂ, ਇੱਕੋ ਹੀ ਉਪਾਅ ਆ। ਉਹ ਉਪਾਅ ਕੀ ਹੈ ਵੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ
ਗੁਰੂ ਹਰਿਰਾਏ ਸਾਹਿਬ ਜੀ ਤਿੱਕਰ ਨਾਂ ਲੈ ਕੇ ਕੜਾਹ ਪ੍ਰਸ਼ਾਦ ਕਰਕੇ ਤੇ ਅਰਦਾਸ ਕਰੂੰਗਾ, ਕਹਿੰਦਾ ਹੋਰ ਕਹਿੰਦਾ ਪਾ ਨਹੀਂ ਹੈ ਕਹਿੰਦਾ। ਸੋ ਉਸ ਤੋਂ ਬਾਅਦ ਕਹਿੰਦਾ ਸਭ ਹਿਨ ਕੀ ਮੈਂ ਚਰਨ ਮਨਾਵ ਬਹੁ ਪੰਚਾਮ੍ਰਿਤ ਕਰ ਵਰਤਾ। ਸੋ ਸਾਰਿਆਂ ਦੇ ਚਰਨਾਂ 'ਤੇ ਨਮਸਕਾਰ ਕਰ ਨਾਂ ਲੈ ਕੇ ਸਤਵੇਂ ਪਾਤਸ਼ਾਹ ਤਿੱਕਰ ਫੇਰ ਕੜਾਹ ਪ੍ਰਸ਼ਾਦ ਦੀ ਦੇਗ ਵਰਤਾ ਦੂੰਗਾ। ਸ਼੍ਰੀ ਗੁਰੂ ਤੇਗ ਬਹਾਦਰ ਹਿਰਦੇ ਬਸ ਕਰ ਬੁੱਧ ਫੇਰੇ ਜਦ ਕਦੇ। ਅਰਦਾਸ ਕੀ ਕਰਨੀ ਹੈ? ਆਪਣੇ ਵੱਡਿਆਂ ਦੇ ਚਰਨਾਂ ਵਿੱਚ ਵੀ ਤੁਸੀਂ ਹੀ ਗੁਰੂ ਤੇਗ ਬਹਾਦਰ ਜੀ ਦੇ ਮਨ ਨੂੰ ਪ੍ਰੇਰ ਦਿਓ। ਸਾਡੇ 'ਚ ਮੰਗ ਅਸੀਂ ਸਕਦੇ ਨਹੀਂ, ਬਲ ਦੇ ਨਾਲ ਲੈ ਨਹੀਂ ਸਕਦੇ। ਉਹ ਤੋਂ ਬਿਨਾਂ ਤਾਂ ਫਿਰ ਲੋਕਾਂ ਨੇ ਆਉਣਾ ਹੀ ਨਹੀਂ ਸਾਡੇ ਕੋਲ। ਗੁਰੂ ਗ੍ਰੰਥ ਸਾਹਿਬ ਦੀ ਬੀੜ ਕਰਕੇ ਲੋਕ ਆਉਂਦੇ ਸੀਗੇ। ਇਹ ਅਰਦਾਸ ਕਰਾਂਗੇ, ਕਹਿੰਦਾ ਬਸ ਇੱਕੋ ਇੱਕ ਉਪਾਅ ਆ। ਦੇਹ ਗ੍ਰੰਥ ਸਾਹਿਬ ਬਿਨ ਜਾਚੇ ਪੁਰੇ ਕਾਮ ਏ ਸਤਿਗੁਰ ਸਾਚੇ। ਹਾਂ, ਜਦੋਂ ਅਰਦਾਸ ਕਰਾਂਗੇ ਕਹਿੰਦਾ ਮੈਨੂੰ ਇਹ ਯਕੀਨ ਹੈ ਕਿ ਅਰਦਾਸ ਸਾਡੀ ਪੂਰੀ ਹੋਵੇਗੀ, ਸਾਡੀ ਕਾਮਨਾ ਪੂਰੀ ਹੋਵੇਗੀ। ਅਤੇ ਸੋ ਉਹ ਗੁਰੂ ਸਾਹਿਬਾਨ ਗੁਰੂ ਤੇਗ ਬਹਾਦਰ ਜੀ ਦੇ ਮਨ ਨੂੰ ਪ੍ਰੇਰ ਦੇਣਗੇ। ਸੋ ਇਹ ਨਹੀਂ ਪਤਾ ਅਰਦਾਸ ਜਦੋਂ ਨੇ ਕਰਨੀ, ਅਰਦਾਸ ਤਾਂ ਗੁਰੂ ਤੇਗ ਬਹਾਦਰ ਕੋਲ ਪਹੁੰਚਣੀ ਹੈ, ਕਿਉਂਕਿ ਮੌਕੇ ਦੇ ਮਾਲਕ ਨੇ, ਹੁਣ ਜੋਤ ਦੇ ਮਾਲਕ ਨੇ। ਜਿਹੜੀ ਗੁਰੂ ਨਾਨਕ ਦੀ ਜੋਤ ਹੈ ਗੁਰੂ ਤੇਗ ਬਹਾਦਰ ਜੀ ਦੇ ਵਿੱਚ ਹੈ, ਅਤੇ ਉਹ ਇਹਨੇ ਅਰਦਾਸ ਕਰਨੀ ਹੈ। ਜਿਹੜੀ ਅਰਦਾਸ ਜੋ ਹੋਣੀ ਅਰਦਾਸ ਤਾਂ ਉਹਨਾਂ ਕੋਲ ਹੀ ਜਾਣੀ, ਅਤੇ ਉਹ ਫਿਰ ਮੌਕੇ ਦੇ ਮਾਲਕ ਨੇ ਸਾਰੇ। ਸੋ ਉਹਨਾਂ ਨੇ ਉਹ ਜਿਹੜੀ ਬੀੜ ਹੈ ਕਿਵੇਂ ਵਾਪਸ ਕਰਦੇ ਅਗਲੀ ਕਥਾ ਵਿੱਚ ਸਾਰਾ ਆ ਜਾਣਾ। ਸ਼ਰਨ ਵੱਡਨ ਕੀ ਬਿਨਾ ਜਿਆਨ ਨ ਉਪਾਏ ਕੋ ਨਿਸ਼ਚੈ ਜਾਨ। ਕਹਿੰਦਾ ਮੈਂ ਨਿਸ਼ਚਾ ਕਰ ਲਿਆ ਵੀ ਅਰਦਾਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਦੇਗ ਕਰਕੇ ਅਰਦਾਸ ਕਰਾਂਗੇ, ਫਿਰ ਇਹ ਨਿਸ਼ਚਾ ਹੈ, ਇਸ ਨੂੰ ਯਕੀਨ ਹੈ ਵੀ ਜਿੱਥੇ ਕੋਈ ਬੱਸ ਨਹੀਂ ਚੱਲਦਾ ਨਾ ਉੱਥੇ ਅਰਦਾਸ ਕਰ ਦਈਏ ਅਤੇ ਕਾਰਜ ਹੋ ਜਾਂਦਾ। ਕਹਿੰਦਾ ਸੋ ਮੈਂ ਸ਼ਰਨ ਸਬਨ ਕੀਆਂ ਤਿਨ ਤੇ ਪੂਰਨ ਕਾਮਨਾ ਚਾਹੋਂ। ਮੈਂ ਵੱਡਿਆਂ ਗੁਰੂਆਂ ਦੀ ਸੋ ਸ਼ਰਨ ਵਿੱਚ ਜਾਵਾਂਗਾ ਅਤੇ ਉਹਨਾਂ ਕੋਲ ਆਪਣੀ ਕਾਮਨਾ ਪੂਰਨ ਕਰਨ ਦੀ ਬੇਨਤੀ ਕਰਾਂਗਾ। ਯਤਨ ਹੁਤੋ ਏਸੋ ਕਰ ਦੀਨ ਅਪਰੋ ਪਾਇਨ ਤੇ ਮੈਂ ਹੀਨ। ਬਹੁਤ ਦੀਨ ਹੋ ਕੇ ਮੈਂ ਇਹ ਯਤਨ ਕਰਾਂਗਾ, ਹੋਰ ਕੋਈ ਮੈਂ ਉਪਾਅ ਨਹੀਂ ਕਰ ਸਕਦਾ। ਮੇਰੇ ਵਿੱਚ ਹਿੰਮਤ ਨਹੀਂ ਹੈ ਕਿ ਮੈਂ ਹੋਰ ਕੋਈ ਉਪਾਅ ਕਰ ਲਵਾਂ। ਕਹਿੰਦਾ ਜੇ ਤਾਂ ਸਾਡੀ ਬਣੀ ਰਹਿੰਦੀ ਫਿਰ ਤਾਂ ਮੰਗ ਵੀ ਸਕਦੇ ਸੀ ਨਾ। ਜੇ ਬਣੀ ਰਹਿੰਦੀ ਤਾਂ ਮੈਂ ਕਹਿ ਸਕਦਾ ਸੀ ਵੀ ਆਹ ਸਮਾਨ ਭਾਵੇਂ ਸਾਰਾ ਲੈ ਲਓ, ਮੈਨੂੰ ਗ੍ਰੰਥ ਸਾਹਿਬ ਇਹ ਬੀੜ ਦੇ ਦਿਓ। ਉਹ ਤੋਂ ਪਹਿਲਾਂ ਗ੍ਰੰਥ ਸਾਹਿਬ ਵੀ ਕਹਿੰਦੇ ਸੀ ਨਾ, ਆਦਿ ਗ੍ਰੰਥ ਕਹਿੰਦੇ ਸੀ। ਗੁਰੂ ਗ੍ਰੰਥ ਸਾਹਿਬ ਤਾਂ ਫਿਰ ਉਦੋਂ ਕਹਿਣ ਲੱਗੇ ਜਦੋਂ ਗੁਰੂ ਕਲਗੀਧਰ ਮਹਾਰਾਜ ਨੇ ਫਿਰ ਨੰਦੇੜ ਦੇ ਵਿੱਚ ਮੱਥਾ ਟੇਕ ਦਿੱਤਾ, ਗੁਰਤਾ ਗੱਦੀ ਦਿੱਤੀ ਹੈ। ਪਹਿਲੋਂ ਪੋਥੀ ਕਹਿੰਦੇ ਸੀ, ਫਿਰ ਆਦਿ ਗ੍ਰੰਥ, ਫਿਰ ਗੁਰੂ ਗ੍ਰੰਥ ਸਾਹਿਬ। ਵੀ ਹੁਣ ਗ੍ਰੰਥ ਸਾਹਿਬ ਤਦੇ ਲਿਖ ਰਿਹਾ ਵੀ ਗ੍ਰੰਥ ਸਾਹਿਬ, ਵੀ ਮੈਂ ਹੋਰ ਕੋਈ ਉਪਾਅ ਨਹੀਂ ਕਰ ਸਕਦਾ, ਬਸ ਅਰਦਾਸ ਹੀ ਹੁਣ ਕਰ ਸਕਦਾ ਹਾਂ। ਪਸ਼ਚਾਤਾਪ ਕਰਤ ਬਹੁ ਬਾਰੀ ਸੋਚਤ ਸੰਕਟ ਪ੍ਰਾਪਤ ਭਾਰੀ। ਬਾਰ ਬਾਰ ਚੇਤੇ ਕਰੀ ਜਾਂਦਾ, ਬਾਰ ਬਾਰ ਪਸ਼ਚਾਤਾਪ ਕਰੀ ਜਾਂਦਾ। ਜਦੋਂ ਚਿੰਤਾ ਹੁੰਦੀ ਨਾ, ਚਿੰਤਾ ਨੂੰ ਜਦੋਂ ਸੋਚਣ ਲੱਗ ਪਾਓ, ਚਿੰਤਾ ਹੋਰ ਵੱਧ ਜਾਂਦੀ ਹੈ। ਚਿੰਤਾ ਘਟਾਉਣ ਦਾ ਇੱਕੋ ਤਰੀਕਾ, ਉਹ ਚਿੰਤਾ ਛੱਡ ਦਿਓ। ਚਿੰਤਾ ਛੱਡ ਦਿਓ। ਜੇ ਚਿੰਤਾ ਨੂੰ ਸੋਚਣ ਲੱਗ ਪਏ, ਚਿੰਤਾ ਬੜੀ ਵੱਧਦੀ ਹੈ, ਫਿਰ ਚਿੰਤਾ ਬਹੁਤ ਇਸ ਨੂੰ ਤੰਗ ਕਰਦੀ। ਹੁਣ ਇਹ ਸੋਚੀ ਜਾਂਦਾ, ਇਹਦੇ ਸੋਚਣ ਦੇ ਨਾਲ ਚਿੰਤਾ ਹੋਰ ਵਧੀ ਜਾਂਦੀ, ਹੋਰ ਦੁਖੀ ਹੋਈ ਜਾਂਦਾ। ਇਵੇਂ ਬਿਰਲਾਪਤ ਬਹੁਤ ਬਸੂਰਤ ਅਚਲ ਰਹਿਤ ਜਨ ਚਿਤਰੀ ਮੂਰਤ। ਫਿਰ ਬੜਾ ਬਿਲਕਿਆ ਅਤੇ ਫਿਰ ਬਿਲਕ ਇੱਦਾਂ ਦਾ ਹੋ ਗਿਆ ਨਾ ਜਿੱਦਾਂ ਮੂਰਤੀ ਹੁੰਦੀ ਹੈ, ਅੰਗ ਪੈਰ ਕੁਛ ਨਹੀਂ ਹਿਲਦੇ ਪਏ, ਬਿਲਕੁਲ ਉਦਾਸ, ਧੌਣ ਸਿੱਟ ਕੇ ਥੱਲੇ ਇੱਦਾਂ ਬੈਠਾ ਹੋਇਆ। ਜਾਗਰਤ ਬੀਤ ਗਈ ਸਭ ਰਹਿਨ ਪੌੜ ਨਹੀਂ ਤਬ ਮੁੰਦੇ ਨੈਣ। ਲੰਮਾ ਵੀ ਨਹੀਂ ਪਿਆ, ਜਾਗਦਿਆਂ ਹੀ ਰਾਤ ਇਸੇ ਤਰ੍ਹਾਂ ਬੀਤੀ ਹੈ। ਅੱਖਾਂ ਤੱਕ ਨਹੀਂ ਮੀਟੀਆਂ ਇਸਨੇ, ਕਿਉਂਕਿ ਇਹ ਜਿਹੜੀ ਗੱਲ ਸੀ ਨਾ ਗੁਰੂ ਗ੍ਰੰਥ ਸਾਹਿਬ ਵਾਲੀ, ਇਹਦੇ ਨਾਲ ਬਹੁਤ ਉਹ ਪਰੇਸ਼ਾਨ ਹੋਇਆ। ਚਿੰਤਾ ਸਲਤਾ ਮਨ ਅਰਵਿੰਦ ਬਹਿਓ ਫਿਰਤ ਦੁਖਮਾਨ ਬਿਲੰਦ। ਚਿੰਤਾ ਦੀ ਨਦੀ ਦੇ ਵਿੱਚ ਇਹਦਾ ਮਨ ਕਮਲ ਫੁੱਲ, ਜਿਵੇਂ ਕਮਲ ਫੁੱਲ ਨਦੀ ਦੇ ਵਿੱਚ ਵਹਿ ਜਾਂਦਾ ਨਾ, ਇਸੇ ਤਰ੍ਹਾਂ ਇਹਦਾ ਜਿਹੜਾ ਮਨ ਸੀ ਚਿੰਤਾ ਦੀ ਨਦੀ ਦੇ ਵਿੱਚ ਵਹਿ ਗਿਆ।
ਬਹਰੋ ਫਿਰਤ ਦੁਖਮਾਨ ਬਿਲੰਦ। ਫਿਰ ਬੜਾ ਦੁੱਖ, ਬਹੁਤ ਮਨ ਨੂੰ ਇਹਨੇ ਜ਼ਿਆਦਾ ਹੀ ਦੁੱਖ ਲਾ ਲਿਆ। ਚਤਰ ਘਟੀ ਰਾਤੀ ਜਬ ਰਹੀ, ਧੀਰ ਮਲ ਨਿਜ ਜਨ ਸੋ ਕਹੀ। ਹੁਣ ਜਦੋਂ 4 ਘੜੀਆਂ ਰਾਤ ਰਹਿ ਗਈ, ਮਾੜੀ ਮਾੜੀ ਲੋ ਲੱਗ ਗਈ ਨਾ, ਪੋਹ ਫਟਾਲਾ ਜਿਹਾ ਹੋ ਗਿਆ। ਤੇ ਫਿਰ ਉਸ ਵਕਤ ਧੀਰ ਮਲ ਨੇ ਆਪਣੇ ਬੰਦਿਆਂ ਨੂੰ ਇੰਝ ਕਿਹਾ, ਆਨੋ ਅਬੈ ਜੁਬਾਹਨ ਮੇਰਾ, ਪਰ ਹੋ ਪੰਥ ਨਹਿ ਕੀਜੇ ਦੇਰਾ। ਕਹਿੰਦਾ ਮੇਰਾ ਬਾਣ ਜਿਹੜਾ ਆ, ਮੇਰੀ ਸਵਾਰੀ ਲੈ ਕੇ ਆਵੋ, ਤੇ ਆਪਾਂ ਲੋ ਲੱਗਣ ਤੋਂ ਪਹਿਲੋਂ ਬਕਾਲੇ ਤੋਂ ਨਿਕਲ ਜਾਣਾ, ਕਰਤਾਰਪੁਰ ਦਾ ਰਾਹ ਆਪਾਂ ਫੜ ਲੈਣਾ, ਦੇਰੀ ਨਾ ਕਰੋ। ਕਹਿੰਦਾ ਹੁਣ ਆਪਣੀ ਵਸਤ ਅਖਲ ਸੰਭਾਰੀ, ਲੀਨ ਦਰਬ ਮੁਖ ਤੂਸ਼ਨ ਧਾਰੀ। ਬਸ ਸਾਰੇ ਚੁੱਪ। ਉਹਨਾਂ ਨੇ ਹੁਕਮ ਹੋ ਗਿਆ ਨਾ ਜਦੋਂ ਧੀਰ ਮਲ ਦਾ, ਵੀ ਆਪਾਂ ਹੁਣ ਚੱਲਣਾ, ਮੇਰੀ ਸਵਾਰੀ ਲੈ ਆਓ। ਤੇ ਫਿਰ ਸਾਰਾ ਸਮਾਨ ਇਹਨਾਂ ਨੇ ਸੰਭਾਲਿਆ, ਤਾਂ ਰਾਤ ਦਾ ਹੀ ਸੀ, ਪੰਡਾਂ ਬੰਨੀਆਂ ਹੋਈਆਂ ਸਮਾਨ ਦੀਆਂ। ਤੇ ਉਹ ਹੁਣ ਗੱਡਿਆਂ ਦੇ ਉੱਤੇ ਸਾਰਾ ਧਨ ਜਿਹੜਾ ਉਹ ਲੱਦ ਲਿਆ। ਚੁੱਪ ਚਪੀਤੇ ਸਾਰਾ ਕੰਮ ਕਰਦੇ ਪਏ ਨੇ, ਮੂੰਹੋਂ ਕੁਝ ਨਹੀਂ ਬੋਲਦੇ। ਗਮਨੇ ਮਾਰਗਪੁਰ ਕਰਤਾਰ, ਚਿਤ ਹੈ ਗ੍ਰੰਥ ਜੀ ਹਿਰਦੈ ਮਝਾਰ। ਸੋ ਇਹ ਸਵੇਰੇ ਸਵੇਰੇ ਹੈ ਨਾ, ਪੋਹ ਬਟਾਲਾ ਜਦੋਂ ਹੋਇਆ, ਆਪਣੇ ਸਾਥੀਆਂ ਸਮੇਤ, ਮਸੰਦਾਂ ਸਮੇਤ, ਆਪਣੇ ਸੇਵਕਾਂ ਸਮੇਤ ਕਰਤਾਰਪੁਰ ਦੇ ਰਾਹ ਪੈ ਗਿਆ। ਤੇ ਚਿੱਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਬਸ ਇਹੋ ਹੀ ਆ ਜਾਂਦਾ, ਵੀ ਇਹ ਜਿਹੜੀ ਮੇਰੇ ਪਾਸ ਹੁਣ ਨਹੀਂ ਰਹੀ, ਬਹੁਤ ਮਾੜਾ ਹੋ ਗਿਆ। ਭਲੀ ਬੜਾਈ ਪਾਵਨ ਆਏ, ਹੁਤੀ ਪ੍ਰਥਮ ਭੀ ਦਈ ਗਵਾਏ। ਚੰਗੀ ਵਡਿਆਈ ਪਾਉਣ ਆਏ, ਵੀ ਜਿਹੜੀ ਪਹਿਲੀ ਵੀ ਵਡਿਆਈ ਸੀ ਉਹ ਵੀ ਗਵਾ ਲਈ। ਥੋੜ੍ਹਾ ਕਿਤੇ ਮਨ ਹੁਣ ਇੱਜ਼ਤ ਜਾਂਦੀ ਲੱਗੀ ਸਾਰੀ। ਕਹਿੰਦਾ ਅਦਕ ਬਸੂਰਤ ਨਿਜ ਘਰ ਗਇਓ, ਨੈ ਬਸ ਚਲਿਓ ਹਿਰਦੈ ਪਛਤਿਓ। ਬਸ ਕੁਝ ਨਹੀਂ ਚੱਲਦਾ ਪਿਆ। ਝੂੜ ਦਾ ਹੋਇਆ, ਆਪਣੇ ਘਰ ਨੂੰ ਗਿਆ। ਗੁਰੂ ਬਣਨ ਆਇਆ ਸੀ, ਵੀ ਬਕਾਲੇ ਆਣ ਕੇ ਮੈਂ ਗੁਰੂ ਬਣ ਜਾਊਂਗਾ। ਤੇ ਬੜੀ ਆਨ ਸ਼ਾਨ ਨਾਲ ਆਇਆ ਸੀਗਾ, ਬੜੇ ਹੰਕਾਰ ਦੇ ਵਿੱਚ ਡੇਰਾ ਲਾਇਆ ਹੋਇਆ ਸੀਗਾ। ਤੇ ਇਹਦੇ ਮਸੰਦ ਕਿੱਦਾਂ ਲੋਕਾਂ ਨੂੰ ਪ੍ਰੇਰ ਕੇ ਦੱਸਦੇ ਸੀਗੇ ਵੀ ਗੁਰੂ ਇਹੋ ਹੀ ਹੈ, ਇਹ ਨੇ ਗੁਰੂ ਹਰਿਰਾਏ ਸਾਹਿਬ ਜੀ ਦੇ ਵੱਡੇ ਭਰਾ। ਤੇ ਹੁਣ ਜਦੋਂ ਵਾਪਸ ਹੋਇਆ ਤੇ ਬਹੁਤ ਦੀਨ ਮਨ ਦੇ ਨਾਲ, ਤੇ ਪਛਤਾਉਂਦਾ ਬੜਾ। ਗ੍ਰਾਮ ਬਕਾਲੇ ਕੇ ਵਿਖੇ ਹੋਈ ਜਬੇ ਪ੍ਰਭਾਤ। ਇੱਧਰੋਂ ਜਦੋਂ ਬਕਾਲੇ ਦੇ ਵਿੱਚ ਸਵੇਰ ਹੋਈ ਹੈ, ਪਹਿਲੋਂ ਵੇਖਦੇ ਹੁੰਦੇ ਨਾ, ਹੁਣ ਧੀਰ ਮਲ ਦੇ ਡੇਰੇ ਨੂੰ ਵੀ ਨਫ਼ਰਤ ਦੀ ਨਿਗਾਹ ਦੇ ਨਾਲ ਲੋਕ ਦੇਖਦੇ ਸੀਗੇ। ਜਿਹੜੇ ਗ੍ਰਾਮ ਪਿੰਡ ਵਾਲੇ ਸੀ ਨਾ, ਬਕਾਲੇ ਵਾਲੇ, ਉਹਨਾਂ ਨੂੰ ਚੰਗਾ ਹੀ ਨਹੀਂ ਸੀ ਲੱਗਦਾ, ਬਹੁਤ ਮਾੜਾ ਲੱਗਦਾ ਸੀ, ਕਿਉਂਕਿ ਕੰਮ 'ਚ ਵੀ ਇੰਨਾ ਪੁੱਠਾ ਕੀਤਾ। ਧੀਰ ਮਲ ਕੋ ਸਿਵਰ ਪਿੱਖਾਂ, ਪਰਿਓ ਛੂ ਸ਼ੰਗਾਰਾਤ। ਸੋ ਜਦੋਂ ਧੀਰ ਮਲ ਦਾ ਜਿੱਥੇ ਡੇਰਾ ਸੀ, ਉੱਥੇ ਵੇਖਿਆ ਲੋਕਾਂ ਨੇ, ਪਿੰਡ ਵਾਲਿਆਂ ਨੇ, ਵੀ ਇੱਥੇ ਕਿੱਥੋਂ ਗਈ, ਕਿੱਥੇ ਗਿਆ? ਇਹ ਤਾਂ ਖਾਲੀ ਹੋ ਗਿਆ, ਜਗ੍ਹਾ ਹੀ ਸਾਰੀ ਖਾਲੀ, ਐਨ ਸਫਾਇਆ ਕਰ ਗਿਆ ਜਿੱਦਾਂ ਇੱਥੇ ਸੋ ਡੇਰਾ ਹੀ ਨਹੀਂ ਸੀ ਲੱਗਿਆ ਹੋਇਆ। ਸਭ ਹਿਨ ਪੇਖਿਓ ਉੱਠ ਸੋ ਗਇਓ, ਨਹਿ ਰਹਿ ਸਕਿਓ ਕੋਟ ਜਿਨ ਕੀਓ। ਪਿੰਡ ਵਾਲੇ ਕਹਿਣ ਲੱਗੇ ਕਿਵੇਂ ਰਹਿ ਲੈਂਦਾ? ਉਹ ਰਹਿ ਸਕਦਾ ਸੀ, ਏਡਾ ਮਾੜਾ ਕੰਮ ਕਰਕੇ, ਏਡੀ ਖੋਟ ਮਨ ਦੇ ਵਿੱਚ ਰਹਿ ਸਕਦਾ ਸੀ। ਅਤੇ ਉਹਦੇ ਮਾੜੇ ਕਰਮ ਨੇ ਉਸ ਨੂੰ ਰਹਿਣ ਨਹੀਂ ਦਿੱਤਾ। ਉਹ ਤਾਂ ਆਪਣੇ ਆਪ ਹੀ ਚਲਾ ਗਿਆ, ਕਿਉਂਕਿ ਉਹਦੇ ਕਰਮ ਹੀ ਐਸਾ ਹੋ ਗਿਆ ਸੀ। ਕਹਿੰਦੇ ਨਿਜ ਪ੍ਰਾਨਨ ਮੈਂ ਸੰਸੇ ਜਾਨ, ਜਿਸਨੇ ਕਰੂਰ ਕਰਮ ਇਤ ਠਾਨਾ। ਕਈ ਇੰਝ ਕਹਿੰਦੇ ਸੀ, ਕਹਿੰਦੇ ਨਹੀਂ ਜਾਣੇ ਵਾਲਾ ਤਾਂ ਹੈ ਨਹੀਂ ਸੀ ਉਹ, ਪਰ ਉਹਨੂੰ ਆਪਣੀ ਮੌਤ ਦੀਦੀ ਸੀ। ਉਹ ਡਰ ਗਿਆ ਵੀ ਮੱਖਣ ਸ਼ਾਹ ਦੇ ਕੋਲ ਬੰਦੇ ਬੜੇ ਨੇ, ਅਤੇ ਇੱਦਾਂ ਨਾ ਮੈਨੂੰ ਕਿਤੇ ਮਾਰ ਹੀ ਦੇਣ। ਨਹੀਂ ਤਾਂ ਉਹ ਕਿੱਥੇ ਜਾਣੇ ਵਾਲਾ ਸੀਗਾ, ਉਹਨੇ ਨਹੀਂ ਸੀ ਜਾਣਾ। ਕਹਿੰਦੇ ਸੋ ਉਹ ਤਾਂ ਆਪਣੀ ਮੌਤ ਤੋਂ ਡਰਿਆ, ਮੱਖਣ ਸ਼ਾਹ ਦੇ ਆਦਮੀਆਂ ਤੋਂ ਡਰਿਆ, ਤਾਂ ਭੱਜ ਗਿਆ ਉਹ। ਕੈਸੇ ਚਰਨ ਟਿਕੇ ਤਿਸ ਕੇਰੇ, ਵੱਡ ਅਪਰਾਧ ਕੀਨ ਸਭ ਹੇਰੇ। ਉਹਦੇ ਕਿੱਦਾਂ ਪੈਰ ਟਿਕ ਜਾਂਦੇ ਬਕਾਲੇ ਵਿੱਚ, ਐਡਾ ਵੱਡਾ ਅਪਰਾਧ। ਸੋ ਗੁਰੂ ਜੋਤ 'ਤੇ, ਗੁਰੂ ਸਤਿਗੁਰੂ ਜੀ ਦੇ ਪਾਵਨ ਸਰੀਰ 'ਤੇ ਗੋਲੀ ਚਲਾ ਦੇਣੀ ਮਹਾਰਾਜ ਦੇ। 2 ਵਾਰੀ ਮਹਾਰਾਜ ਦੇ ਉੱਤੇ ਗੋਲੀ ਚਲਾਈ ਇਸਨੇ, ਐਡਾ ਵੱਡਾ ਅਪਰਾਧ, ਰਹਿ ਹੀ ਨਹੀਂ ਸੀ ਸਕਦਾ। ਕਹਿੰਦੇ ਇੱਥੇ ਤਰਾਸਤ ਕਰਤ ਪਾ ਸੰਸੇ ਪ੍ਰਾਨ, ਸਮਕਾਇਰ ਕੇ ਧੀਰ ਧਰਾ ਨਾ। ਬਸ ਆਪਣੇ ਪ੍ਰਾਣ ਬਚਾ ਗਿਆ। ਸੋ ਬਹੁਤੇ ਤਾਂ ਇਹੀ ਕਹਿੰਦੇ ਡਰਦਾ ਮਾਰਾ ਭੱਜਿਆ,
ਉਹਨੂੰ ਆਪਣੇ ਪ੍ਰਾਣਾਂ ਦਾ ਜ਼ਿਆਦਾ ਫਿਕਰ ਪਿਆ ਸੀ। ਕਾਇਰ ਜੂ ਹੈ, ਕਾਇਰ ਸੀ ਨਾ, ਤਦੇ ਡਰਦਾ ਮਾਰਾ ਭੱਜ ਗਿਆ। ਇਸ ਪ੍ਰਕਾਰ ਤੇ ਮੱਖਣ ਸ਼ਾਹ ਰਹਿਓ ਗੁਰੂ ਟਿਕ ਪ੍ਰੇਮ ਮਾ। ਇੰਝ ਫਿਰ ਮੱਖਣ ਸ਼ਾਹ ਸੋ ਇਹ ਆਪਣੇ ਸਾਥੀਆਂ ਸਮੇਤ ਗੁਰੂ ਜੀ ਦੇ ਕੋਲ ਹੀ ਰਿਹਾ, ਬੜਾ ਜਿਸ ਦੇ ਵਿੱਚ ਪ੍ਰੇਮ, ਬਹੁਤ ਜ਼ਿਆਦਾ ਉਤਸ਼ਾਹ, ਜਿਸ ਦੇ ਵਿੱਚ ਮਹਾਰਾਜ ਦੇ ਦਰਸ਼ਨ ਕਰਦਾ, ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸੇਵਾ ਕਰਦਾ। ਪਰ ਇਹਦੇ ਮਨ ਵਿੱਚ ਜਿਹੜੀ ਗੱਲ ਆਈ ਹੋਈ ਸੀ ਨਾ ਮੱਖਣ ਸ਼ਾਹ ਦੇ, ਵੀ ਇਹ ਧੀਰਮਲ ਫੇਰ ਵੀ ਕੁਝ ਕਰੇਗਾ, ਉਹਦੀ ਵੀ ਇਹਨੂੰ ਚਿੰਤਾ ਸੀ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਉਣ ਵਾਲੇ ਸਾਰੇ ਸਮੇਂ ਨੂੰ ਜਾਣਦੇ ਸੀਗੇ, ਕਿਉਂਕਿ ਗੁਰੂ ਨੇ ਤਾਂ ਜਿਹੜਾ ਕੰਮ ਕਰਨਾ ਨਾ, ਉਹ ਤਾਂ ਫਿਰ ਹੁਕਮ ਦੇ ਅਨੁਸਾਰ ਕਰਨਾ ਨਾ। ਵੀ ਹੁਣ ਅਨੰਦਪੁਰ ਸਾਹਿਬ ਵੀ ਵਸਾਉਣਾ ਸੀਗਾ, ਇਸ ਕਰਕੇ ਇੱਥੋਂ ਬਕਾਲੇ ਥੋੜ੍ਹੀ ਬੈਠੇ ਰਹਿਣਾ ਸੀਗਾ। ਬਾਬੇ ਬਕਾਲੇ ਤਾਂ ਬੈਠੇ ਨਹੀਂ ਸੀ ਰਹਿਣਾ, ਹੁਕਮ ਅਨੰਦਪੁਰ ਸਾਹਿਬ ਦੀ ਧਰਤੀ, ਅਨੰਦਪੁਰ ਜਾ ਕੇ ਉੱਥੇ ਵਸਾਉਣਾ। ਸੋ ਇਸ ਕਰਕੇ ਇੱਥੋਂ ਹੁਣ ਜਾਣ 'ਚ ਭਲਾਈ ਸੀ, ਜਾਣਾ ਪੈਣਾ ਸੀ। ਜੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਇੱਥੋਂ ਜਾਣ ਦਾ ਫੈਸਲਾ ਲੈਂਦੇ ਨੇ। ਅਤੇ ਕਿਵੇਂ ਧੀਰਮਲ ਮੱਖਣ ਸ਼ਾਹ ਗੁਰੂ ਸਾਹਿਬ ਜੀ ਦੇ ਨਾਲ ਕਿੱਥੇ ਤਾਈਂ ਸਾਥ ਦਿੰਦਾ ਹੈ। ਪਰ ਪਹਿਲੋਂ ਮਹਾਰਾਜ ਨੇ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣਾ, ਕਿਉਂਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪ੍ਰਕਾਸ਼ ਹੈ ਉਹ ਅੰਮ੍ਰਿਤਸਰ ਸਾਹਿਬ ਦਾ। ਅਤੇ ਮਹਾਰਾਜ ਨੇ ਆਪਣਾ ਸਾਰਾ ਬਚਪਨ ਜਿਹੜਾ ਅੰਮ੍ਰਿਤਸਰ ਦੀ ਧਰਤੀ 'ਤੇ ਹੀ ਬਤੀਤ ਕੀਤਾ ਸੀ। ਸੋ ਇਸ ਕਰਕੇ ਮਨ ਕਰਦਾ ਸੀ ਵੀ ਇੱਕ ਵਾਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਆਉਂਦੇ ਹਾਂ। ਪਹਿਲਾਂ ਹਰਿਮੰਦਰ ਸਾਹਿਬ ਜਾਣਾ। ਸੋ ਉੱਥੇ ਵੀ ਜਿਹੜੇ ਮਸੰਦ ਨੇ, ਜਿਨ੍ਹਾਂ ਦੇ ਮਨਾਂ ਵਿੱਚ ਖੋਟ ਹੈ, ਪ੍ਰਿਥੀ ਚੰਦ ਦੀ ਸਾਰੀ ਔਲਾਦ ਉੱਥੇ ਕਾਬਜ ਸੀਗੀ। ਅਤੇ ਗੁਰੂ ਸਾਹਿਬ ਜੀ ਨੇ ਜਾਣਾ ਅਤੇ ਦਰਵਾਜ਼ੇ ਹੀ ਬੰਦ ਕਰ ਲੈਣੇ, ਦਰਵਾਜ਼ੇ ਬੰਦ ਕਰਕੇ ਜਿੰਦੇ ਲਾ ਕੇ ਅਤੇ ਆਪ ਭਰੇ ਉਰੇ ਹੋ ਜਾਣਾ, ਸਵਾਹ ਕੰਮ ਕਰਨਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੋਂ ਫਿਰ ਵਾਪਸੀ ਫਿਰ ਕਿੱਦਾਂ ਕਿਵੇਂ ਉਹਨਾਂ ਦੀ ਯਾਤਰਾ ਚੱਲਦੀ ਹੈ, ਕਿਉਂਕਿ ਦੁਆਬੇ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਕਾਫੀ ਸਥਾਨ ਨੇ। ਕੀਰਤਪੁਰ ਸਾਹਿਬ ਨੂੰ ਜਾਣਾ, ਕੀਰਤਪੁਰ ਸਾਹਿਬ ਤੋਂ ਬਾਅਦ ਅਨੰਦਪੁਰ ਸਾਹਿਬ ਵਸਾਉਣਾ, ਨਗਰ ਵਸਾਉਣਾ, ਇਹ ਸਾਰੀ ਕਥਾ ਸਰਵਣ ਕਰਨੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਮੁਝੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹਾਂ ਤੂੰ ਮਨ ਮੇਰੇ। ਦੁਖ ਸਭ ਸਾਰਣਾ, ਅੰਗੀਕਾਰੋਂ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕਿਛੁ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਖਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟਾਂ। ਜਿਸ ਦੀਆਂ ਏ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ। ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਜ ਦੂਤ ਦਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕਾ। ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਆ। ਤਿਤ ਕਰ ਅਨਹਦ ਵਾਜੇ, ਅਨ ਸੁਣੋ ਬੜ ਭਾਗੀ ਹਾਂ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ। ਸੋਹਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ,
ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੇ ਧਰਮ ਹਦੂਰਾ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਾ ਤੇਰੀ ਰਾਸ। ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਪਨੇਰ। ਕੋਈ ਨ ਜਾਣੈ ਤੁਮਰਾ ਅੰਤ, ਊਚੇ ਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਅਰਦਾਸ ਏਕ ਓੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਾਹਿਬ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨਹੀਂ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸਾ ਨਹੀਂ ਸਹਾਏ। ਅਰਜਨ ਹਰਿ ਗੋਬਿੰਦ ਨੋ ਸਿਮਰੋ, ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਰਖੇ ਸਭ ਜਾਏ। ਤੇ ਬਹਾਦਰ ਸਿਮਰਿਆ, ਕਰਨੌਲ ਦਿਆ ਵੇ ਧਾਏ। ਸਭ ਥਾਈ ਹੋਇ ਸਹਾਈ। ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਇ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ ਦੀਦਾਰ ਦਾ ਧਿਆਨ ਧਰ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ ਜਪੀਆਂ ਤਪੀਆਂ ਸਿਦਕ ਬਾਂਦਾ। ਜਿਨ੍ਹਾਂ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ ਤੇਗ ਬਾਹੀ। ਦੇਖ ਕੇ ਅੰਡਟ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੂਪਰੀਆਂ ਨਹਾਈਆਂ, ਚਰਖੜੀਆਂ ਤੇ ਚੜੇ, ਤਨਾਰਿਆਂ ਨਾ ਪੱਥ ਚੜਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ। ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਨਾਮ ਚਿਤ ਆਵੈ, ਚਿਤ ਆਵਨ ਕਾ ਸਦਕਾ, ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਖਿਆ ਰਿਆਇਤ। ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਬਖਸ਼ੋ ਜੀ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਖ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਗੁੰਗੇ, ਜੁਗ ਜੁਗ ਅਟਲ, ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕੇ ਰਾਖੇ ਆਪ ਵਾਹਿ। ਹੇ ਨਿਰੰਕਾਰ, ਇਹ ਸੱਚੇ ਪਾਤਸ਼ਾਹ ਦੀਨ ਦਿਆਲ ਮਹਾਰਾਜ ਜੀਓ, ਆਪ ਜੀ ਦੀ ਅਪਾਰ
ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਰਹਿਰਾ ਸਾਹਿਬ ਜੀ ਦੇ ਪਾਠ ਹੋਏ, ਇਤਿਹਾਸ ਦੀ ਕਥਾ ਵਿਚਾਰ ਹੋਈ, ਆਨੰਦ ਸਾਹਿਬ ਦੀਆਂ 6 ਪੌੜੀਆਂ ਦੇ ਜਾਪ ਹੋਏ, ਭੁੱਲਾਂ ਚੁੱਕਾਂ ਦੀ ਖਿਮਾ ਕਰਨਾ, ਬਾਣੀ ਦਾ ਮਹਾਤਮ ਆਈ, ਸਾਧ ਸੰਗਤ ਨੂੰ ਬਖਸ਼ਿਸ਼ ਕਰਨਾ, ਤਿਲ ਫੁੱਲ ਹਾਜ਼ਰ ਦਰ ਪ੍ਰਵਾਨ ਕਰਨਾ, ਸਰਬੱਤ ਸੰਗਤਾਂ ਦੀਆਂ ਮਨੋਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨਾ। ਬਖਸ਼ੀਆਂ ਦਾਤਾਂ ਚੋਂ ਕੜਾਹ ਪ੍ਰਸ਼ਾਦ ਦੀਆਂ ਦੀਕਾਂ ਹਾਜ਼ਰ ਨੇ, ਕਰੀ ਪਾਕਸ਼ਾਲ ਸੋਚ ਪਵਿੱਤਰਾ, ਹੁਣ ਲਾਭੋ ਭੋਗ ਹਰ ਰਾਏ। ਸੀਤ ਪ੍ਰਸ਼ਾਦ ਸੰਗਤਾਂ ਵਿੱਚ ਵਰਤੇ, ਜੋ ਜੀ ਛਕੇ ਆਪ ਦਾ ਨਾਮ ਜਪੇ। ਪਾਵਨ ਹੁਕਮ ਬਖਸ਼ਿਓ, ਸੰਗਤਾਂ ਨੂੰ ਨਿਹਾਲ ਕਰੋ ਜੀ, ਸਹੀ ਪਿਆਰੇ ਮਿਲਣੇ ਜਿਨ੍ਹਾਂ ਬਿਨਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਇਹ ਬਾਣੀ ਵਰਤਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗਿਆ ਭਈ ਅਕਾਲ ਕੀ, ਪਵੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋ ਚਾਹੈ, ਖੋਜ ਸ਼ਬਦ ਮਹਿ ਲੇ। ਰਾਜ ਕਰੇਗਾ ਖਾਲਸਾ, ਆਖੀ ਰਹੇ ਨ ਕੋਇ, ਵਾਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੋ ਹੋਇ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਖੰਡਾ ਜਾ ਕੇ ਹਾਥ ਮੈਂ, ਕਲਗੀ ਸੋ ਹੈ ਸੀਸ, ਸੋ ਹਮਰੀ ਰਛਿਆ ਕਰੇ, ਗੁਰ ਕਲਗੀ ਧਰ ਜਗਦੀਸ਼। ਸੋ ਹਮਰੀ ਰਛਿਆ ਕਰੇ, ਗੁਰ ਕਲਗੀ ਧਰ ਜਗਦੀਸ਼। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਰਾਗ ਸੁਰਠ ਬਾਣੀ ਭਗਤ ਰਵਿਦਾਸ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮੈਂ ਉਦਧ, ਜਲ ਕੇਵਲ ਜਲ ਮਾਹੀ।
जब हम होते तब तू नाही, अब तू ही मैं नाही। अनल अगम जैसे लहर में उदध, जल केवल जल माही। माधवे क्या कहिए भ्रम ऐसा, जैसा मानिए होए ना तैसा। रहा नरपत एक ਸਿੰਘਾਸਨ सोया, सुपने पिया भिखारी। अक्षत राज बिशरत दुख पाया, सोगत भई हमारी। राज भोए अंग पर संग जैसे है, अब कछ मर्म जनाया। अनक कटक जैसे भूल परे, अब कहते कहन न आया। सर्बे एक अनेक स्वामी, सब घट भुगवै सोई। कह रविदास हाथ पै नीरै, सहजे होए सो होई। सर्बे एक अनेक स्वामी, सब घट भुगवै सोई। कह रविदास हाथ पै नीरै, सहजे होए सो होई। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰੂ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। RAM ਨਾਮ ਮਨ ਲਾਗਾ, ਜਮਲ ਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੇ ਸੁਖ ਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਵਿਨਾਸੀ, ਤਾ ਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰੇ ਤੇਰੇ ਦਾਸਾ, ਜਬ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵੋ ਨ ਲੱਗਈ, ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰੇ RAM ਕਾਰ, ਦੁਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। RAM ਨਾਮ ਔਖਦ ਦੀਆਂ, ਏਕਾ ਲਿਵ ਲਾਈ। ਰਹਾਉ ਰਾਖ ਲਈ ਰਖਣ ਹਾਰ, ਸਭ ਬਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ। ਸ਼ਲੋਕ। ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹੋਣਾ ਤੂਣੈ ਛੁਟ ਹੈ, ਨਿਕਟ ਨ ਜਾਈਓ ਦੂਤ। ਸ਼ਲੋਕ ਮਹੱਲਾ ਪੰਜਵਾਂ। ਮਨ ਮੈਂ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹੇਲਾ ਰਾਗ ਗੌੜੀ ਦੀਪ ਕੀ। ਮਹੱਲਾ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਐ। ਕਰਤਿਕਾ ਹੋਈ ਵਿਚਾਰੋ, ਕਰ ਗਾਵੋ ਸੋਹਿਲਾ। ਸਿਵਰਿਓ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲੇ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲੀਆਂ, ਦੇਖੇਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਉ ਤੇਲ। ਦੇਹੋ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਗੜੇ ਨਿਤ ਪਵਨ। ਸੱਦਣ ਹਾਰਾ ਸਿਮਰਿਐ, ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਣ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਉਡਾਈ ਤੋਇ। ਰਹਾਉ ਵਿਸੁਏ ਚਸਿਆ ਘੜੀਆਂ ਪਹਿਰਾ, ਤਿੱਤੀ ਵਾਰੀ ਮਾਹੋ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ, ਦੀਪਕ ਬਨੇ ਤਾਰਿਕਾ। ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ। ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲ ਅੰਤ ਜੋਤੀ। ਕੈਸੀ ਆਰਤੀ ਹੋਏ ਪਵਖੰਡਾ, ਤੇਰੀ ਆਰਤੀ ਅਨਹਤਾ। ਸ਼ਬਦ ਬਾਜੰਤ ਭੇਰੀ। ਰਹਾਉ ਸਹਸ ਤਬ ਨੈਨ, ਨਨ ਨੈਨ ਹੈ ਤੋਹਿ ਕਉ। ਸਹਸ ਮੂਰਤ ਨਨਾ ਏਕ ਤੋਹੀ,
ਸਾਹਸ ਪਦ ਬਿਮਲ ਨਾਨਕ ਪਦ ਗੰਧ ਬਿਨ ਸਾਹਸ ਤਵ ਗੰਧ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਵਿਤ ਮਨ ਅੰਦਿਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰ ਕੋ ਹੋਇ ਜਾਤੇ ਤੇਰੇ ਨਾਇ ਵਾਸਾ ਰਾਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੈ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰੰਡੋਤ ਪੁਨ ਵੱਡਾ ਹੈ ਰਹਾਉ ਸਾਖਤ ਹਰ ਸਾਧਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੈ ਜਿਉ ਜਿਉ ਚੱਲੈ ਚੁਬੈ ਦੁਖ ਪਾਵੇ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਸ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਿਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾੜ ਚਲੋ ਹਰ ਲਾਹਾ ਗੈ ਵਸਨ ਸੁਹੇਲਾ ਔਦ ਕਟੈ ਦਿਨ ਸੁਰੈਣਾਰੀ ਮਨ ਗੁਰ ਮਿਲ ਕਾ ਸਵਾਰਿ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੈ ਰਸ ਕਥ ਕਥਾ ਤਿਨ ਜਾਨੀ ਜਾਂ ਕੋ ਆਏ ਸੋਈ ਬਿਹਾਜ ਹਰ ਗੁਰ ਤੇ ਮਨੇ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨ ਹੋਇ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ ਤੁਧ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਾ ਤੇਰਾ ਵਾਹਿਗੁਰੂ ਕੋ ਨਾਨਕ ਸਾ ਤੇਰੀ ਵਡਿਆਈ ਨਾਉ ਨ ਜਾਣੈ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਅਰਦਾਸ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਾਹਿਬ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਕਰਤ ਭਗਵਤੀ ਸਿਮਰ ਕੈ ਗੁਰੂ ਨਾਨਕ ਨੇ ਕਿਹਾ ਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਹਰ ਜਨ ਹਰ ਗੋਬਿੰਦ ਨਾਮ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸ਼ਬਦ ਬੁਝਾਏ ਦੇਵ ਬਹਾਦਰ ਸਿਮਰਿਆ ਘਰ ਨਾਮ ਤੇ ਆਵੇ ਧਾਏ ਸਭ ਥਾਈ ਹੁਣ ਸਹਾਈ ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੁਣ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਕਰੋ ਬੋਲੋ ਜੀ ਸ਼੍ਰੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਪਾਵਨ ਸਰੂਪ ਸੁਖਾਸਣ ਦੀ ਸੇਵਾ ਹੋਈ ਛੋਲੇ ਦੇ ਪਾਠ ਹੋਏ ਨੇ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਚਾਰ ਪਹਿਰ ਦਿਨ ਭਾਣੇ 'ਚ ਬਤੀਤ ਹੋਇਆ ਰਹਿਣ ਆਈ ਹੈ ਭਾਣੇ 'ਚ ਬਤੀਤ ਕਰਾਉਣੀ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਣੇ ਦਰਸ਼ਨ ਦੀਦਾਰ ਬਖਸ਼ਿਸ਼ ਹੋਣੀ ਆਪ ਜੀ ਆਪਣੇ ਆਸਣਾਂ ਤੇ ਵਿਰਾਜਮਾਨ ਹੋਣ ਸੰਗਤਾਂ ਨੂੰ ਛੁੱਟੀਆਂ ਖੁਸ਼ੀਆਂ ਬਖਸ਼ੋ ਹਾਲ ਕਰੋ ਸਹੀ ਪਿਆਰੇ ਮਿਲਣੇ ਬਿਨਾਂ ਮਿਲਿਆ ਨਾਮ ਚਿਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੀ